हैड ग्रंथी पीड़ित रागी है ना, ये सारे ही सिंह साहब ज्ञानी जगतार सिंह दे पीड़ित ने, ਤਾਂ ਹੀ ਆਪਣੇ ਆਪਣੇ ਇਹਨਾਂ ਨੇ ਹਿਰਦਿਆਂ ਨੂੰ ਫਰੋ ਲਿਆ। ਕਹਿੰਦੇ ਸਹੀ ਨਹੀਂ ਕੀਰਤਨ ਸਿੱਖਣਾ, ਕਿਉਂਕਿ ਕੀਰਤਨ ਦੀ ਦੁਰਦਸ਼ਾ ਬੜੀ ਮਾੜੀ ਹੋ ਰਹੀ ਹੈ। ਹੁਣ ਕਿਤੇ ਕਹਿ ਕੇ ਵੇਖੋ ਨਾ ਮੈਂ ਐਡਮਿਸ਼ਨ ਲੈਣੀ, ਕਹਿੰਦੇ ਆ ਜਾਓ ਜਲਦੀ ਆ ਜਾਓ। ਵਜ਼ੀਫਾ ਵੀ ਜ਼ਿਆਦਾ ਦੇ ਰਹੇ ਨੇ, ਕਿਉਂ ਦੇ ਰਹੇ ਨੇ ਕਿ ਕੀਰਤਨੀਆਂ ਤਾਂ ਨਹੀਂ ਬਣਦੇ ਕਿ ਸਾਡੀ ਦੁਰਦਸ਼ਾ ਰੋਜ਼ ਹੀ ਮਾੜੀ ਹੁੰਦੀ ਜਾਂਦੀ ਹੈ। ਸਿੰਘ ਸਾਹਿਬ ਦਾ ਆਪ ਦਾ ਜਵਾਈ, ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਦਾ, ਮੈਨੂੰ ਕੋਈ ਡਰ ਨਹੀਂ ਹੈਗਾ। ਇੰਚਾਰਜ ਸਾਹਿਬ ਕੋ ਹਾਜ਼ਰ ਹੋਇਆ ਤੇ ਮੈਨੂੰ ਇੰਚਾਰਜ ਸਾਹਿਬ ਕਹਿੰਦੇ ਵੀ ਹੈਡ ਗ੍ਰੰਥੀ ਸਾਹਿਬ ਅੰਦਰ ਬੈਠੇ ਨੇ ਤੇ ਉੱਠਣ ਵਾਲੇ ਆ ਤੇ ਤੂੰ ਐਂ ਕਰ ਇਜਾਜ਼ਤ ਲੈ ਲੈ। ਤੇ ਮੈਂ ਵੀ ਆਖਿਆ, ਮੈਂ ਕਿਹਾ ਲੈ ਅੱਜ ਤੇ ਮਿਲ ਜਾਣੀ ਆਉਂਦੇ ਆ। ਤੇ ਮੈਂ ਅਸੀਂ ਬਾਹਰ ਨਿਕਲੇ ਦਫ਼ਤਰੋਂ ਤੇ ਸਿੰਘ ਸਾਹਿਬ ਉੱਠ ਕੇ ਆ ਰਹੇ ਤੇ ਮੈਂ ਫਤਿਹ ਬੁਲਾਈ। ਅਜੇ ਨਾਲ ਮੇਰੇ ਸਾਈਡ ਵਾਲਾ ਸਿੰਘ ਸਾਹਿਬ ਦਾ ਰਿਸ਼ਤੇਦਾਰ ਆ ਖਾਸ, ਇਹ ਮੇਰੇ ਤੇ ਦਾਗ ਲੱਗਦਾ ਵੀ ਆ ਕਈ ਵਾਰੀ। ਕਹਿੰਦੇ ਤੈਨੂੰ ਡਿਊਟੀ ਉਹਦੇ ਕਰਕੇ ਮਿਲੀ ਹੈ, ਸ਼ਾਇਦ ਗੁਰੂ ਰਾਮਦਾਸ ਮਹਾਰਾਜ ਜਾਣਦੇ ਨੇ, ਇਹ ਗੁਰੂ ਰਾਮਦਾਸ ਮਹਾਰਾਜ ਨੇ ਆਪੇ ਕਿਰਪਾ ਕੀਤੀ ਜਿਹੜੀ ਡਿਊਟੀ ਮਿਲੀ। ਮੈਂ ਜਾ ਕੇ ਸਿੰਘ ਸਾਹਿਬ ਨੂੰ ਫਤਿਹ ਬੁਲਾਈ। ਮੈਂ ਕਿਹਾ ਸਿੰਘ ਸਾਹਿਬ ਜੀ ਅਸੀਂ ਨਾ ਸ਼ਹੀਦਾਂ ਸਾਹਿਬ ਤੋਂ ਬਦਲ ਕੇ ਇੱਥੇ ਆ ਗਏ। ਕਹਿੰਦੇ ਤੈਨੂੰ ਕੌਣ ਲੈ ਕੇ ਆਇਆ? ਮੈਂ ਕਿਹਾ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਅਸੀਂ ਆ ਗਏ। ਕਹਿੰਦੇ ਜਿੱਥੇ ਬਾਕੀ ਰੋਲਣ ਦੇ ਤੂੰ ਵੀ ਰੋਲੀ ਜਾ, ਵੀ ਰਾਗੀ ਸਿੰਘ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਰੋਲਣ ਦੇ ਆ। ਸ਼ਾਮ ਦੀ ਸਾਡੀ ਡਿਊਟੀ ਸੀ ਟੀਵੀ ਦੀ, ਉਦੋਂ ਇਹ ਹੈਡ ਗ੍ਰੰਥੀ ਨਹੀਂ ਸਨ ਤੇ ਬਾਹਰੋਂ ਆਏ। ਅਸੀਂ ਕੇਸਰੀ ਦਸਤਾਰਾਂ ਸਜਾਈਆਂ ਸੀ। ਨਹੀਂ ਬਹਿਣ ਦੇਣਾ ਤੁਹਾਨੂੰ, ਸਾਨੂੰ ਡਿਊਟੀ ਤੇ ਨਹੀਂ ਬਹਿਣ ਦਿੱਤਾ ਗਾ। ਕਿਉਂ ਕਿ ਤੁਸੀਂ ਕੇਸਰੀ ਦਸਤਾਰਾਂ ਸਜਾਈਆਂ ਨੇ। ਔਰ ਮੈਂ ਜਿੱਥੇ ਤੱਕ ਜਾਣਦਾ, ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ ਦੇ ਸਾਈਡ ਤੇ ਭਾਈ ਚਤਰ ਸਿੰਘ ਜੀ ਨਾਲ ਸੀਗੇ, ਕੋਲ ਸਿਰ ਤੇ ਦਮਾਲਾ ਹੁੰਦਾ ਸੀ। ਹਰਮੰਦਰ ਸਾਹਿਬ 'ਚ ਕੀਰਤਨ ਦਮਾਲੇ ਨਾਲ ਉਹਨਾਂ ਕੀਤਾ। ਤੁਸੀਂ ਬੰਨ੍ਹ ਸਕਦੇ ਹੋ ਦਮਾਲਾ, ਪਰ ਮੈਂ ਅੱਜ ਤੁਹਾਡੇ ਦਾਅਵਾ ਕਰਦਾ ਗੋਰੇ ਆ ਕੇ ਬੰਨ੍ਹ ਕੇ ਕਰ ਸਕਦੇ, ਕਿਉਂਕਿ ਉਹਨਾਂ ਕੋਲ ਡਾਲਰ ਹੈ। ਉਹ ਡਾਲਰ ਲਿਫਾਫੇ 'ਚ ਪਾ ਕੇ ਦਿੰਦੇ ਨੇ, ਜੋ ਮਰਜ਼ੀ ਕਰ ਸਕਦੇ ਨੇ। ਭਾਈ ਸਾਹਿਬ ਜੀ ਦੱਸ ਰਹੇ ਨੇ, ਭਾਈ ਸ਼ਕੀਨ ਸਿੰਘ ਜੀ, ਕਿ ਸ਼੍ਰੋਮਣੀ ਰਾਗੀ ਜਿਨ੍ਹਾਂ ਨੂੰ ਅਵਾਰਡ ਮਿਲਿਆ ਹੋਵੇ ਉਹਨਾਂ ਨੂੰ ਇਸ ਗੱਲ ਕਰਕੇ ਕੱਢੀ ਗਿਆ ਸੀ ਦਰਬਾਰ ਸਾਹਿਬ ਤੋਂ ਕਿ ਤੁਸੀਂ ਰਾਗਾਂ ਦੀਆਂ ਸ਼ਾਨਾਂ ਵਜਾਉਂਦੇ ਹੋ, ਨਾਚਿਆਂ ਵਾਲਾ ਕੰਮ ਕਰਦੇ ਹੋ। ਇਹ ਭਵਿੱਖ ਹੈ। ਹੁਣ ਗਾਂ ਜਿਹੜਾ ਬਾਨਾ ਸਾਡੇ ਨਾਲ ਅਜੇ ਹੋਰ ਇਹ ਸ਼ੁਰੂ ਹੋਇਆ ਕੰਮ। ਸੋ ਇਹ ਅੱਜ ਇਸ ਕਰਕੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 3-4 ਮਹੀਨੇ ਦੀ ਹੋਣੀ ਗੱਲ ਜਾਂ ਜ਼ਿਆਦਾ ਹੋਣੀ ਆ। ਸ਼ਾਮ ਦੀ ਡਿਊਟੀ ਸੀ ਤੇ ਪਹਿਲਾਂ ਅਸੀਂ ਕਲਿਆਣ ਰਾਗ ਪੜ੍ਹ ਚੁੱਕੇ ਸੀ, ਕੀਰਤਨ ਕਰ ਰਹੇ ਸੀ ਤੇ ਇਹ ਸਿੰਘ ਸਾਹਿਬ ਹੈਡ ਗ੍ਰੰਥੀ ਆ ਗਏ। ਕਲਿਆਣ ਰਾਗ ਪੜੋ। ਜਗਤਾਰ ਸਿੰਘ ਜੀ ਹੈਡ ਗ੍ਰੰਥੀ, ਕਲਿਆਣ ਰਾਗ ਪੜੋ। ਹੁਣ ਉਹ ਚਲੋ ਇਹ ਮਹਾਰਾਜ ਦੀ ਕਿਰਪਾ ਵੀ ਡਰ ਡਰ ਤੇ ਹੈ ਨਹੀਂ ਕਿਸੇ ਦਾ ਵੀ। ਗੁਰੂ ਰਾਮਦਾਸ ਮਹਾਰਾਜ ਦਾ ਡਰ ਆ, ਡਰਨਾ ਨਹੀਂ ਕਿਸੇ ਤੋਂ, ਕਿਸੇ ਬੰਦੇ ਤੋਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਗੁਰੂ ਦਾ ਅਦਬ, ਗੁਰੂ ਦਾ ਭੈ ਉਹ ਅੰਦਰ ਰੱਖਣਾ। ਸ਼ਬਦ ਪੂਰਾ ਕੀਤਾ, ਅਗਲਾ ਸ਼ਬਦ ਵੀ ਪੂਰਾ ਪੜ੍ਹਿਆ ਤੇ ਜਦੋਂ 10 ਮਿੰਟ ਰਹਿ ਗਏ ਫਿਰ ਮੈਂ ਪ੍ਰਭ ਮੇਰਾ ਅੰਤਰਜਾਮੀ ਜਾਣ, ਉਹ ਜੋ ਸਾਨੂੰ ਸਿਖਾਇਆ ਗਿਆ ਮਿਸ਼ਨਰੀ ਕਾਲਜ, ਉਹ ਅਖੀਰ ਵਿੱਚ ਪੜ੍ਹਿਆ ਤੇ ਸਮਾਪਤੀ ਕਰਤੀ। ਉਹ ਠੀਕ ਹੋ ਗਿਆ ਕੰਮ। ਪਿੱਛੇ ਚੱਲ ਜੀ ਆਪਾਂ 3-4 ਸਾਲ ਭਾਈ ਸ਼ਕੀਨ ਸਿੰਘ ਜੀ, ਇਹ ਕਿੰਨਾ ਦਾ ਸੀ ਉਦੋਂ ਜਦੋਂ ਬੰਦ ਹੋਇਆ ਸੀ? ਰਾਜੋਆਣਾ। ਹਾਂ, ਪੂਰੀ ਸਿੱਖ ਕੌਮ ਨੂੰ ਜਥੇਦਾਰ ਅਕਾਲ ਤਖਤ ਵੱਲੋਂ ਇਹ ਆਦੇਸ਼ ਹੋਇਆ ਸੀ ਕਿ ਸਾਰੀ ਕੌਮ ਨੇ ਕੇਸਰੀ ਦਸਤਾਰਾਂ ਸਜਾਉਣੀਆਂ ਨੇ, ਕਿਉਂਕਿ ਫਾਂਸੀ ਰੁਕਵਾਉਣੀ ਸੀ। ਭਾਈ ਰਾਜੋਆਣਾ, ਬਲਵੰਤ ਸਿੰਘ ਰਾਜੋਆਣਾ, ਤੇ ਬਹੁਤ ਦਰਦ ਸੀ ਸਿੱਖ ਕੌਮ ਦੇ ਅੰਦਰ ਕਿ ਇਹ ਫਾਂਸੀ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਅਸੀਂ ਵੀ ਪੂਰੇ ਜਥੇ ਨੇ ਕੇਸਰੀ ਦਸਤਾਰਾਂ ਸਜਾਈਆਂ। ਕਿਤੇ ਪ੍ਰੋਗਰਾਮ ਤੇ ਗਏ ਸੀ ਲੁਧਿਆਣੇ, ਸ਼ਾਇਦ ਉੱਥੋਂ ਆਏ ਤੇ ਸ਼ਾਮ ਦੀ ਸਾਡੀ ਡਿਊਟੀ ਸੀ ਟੀਵੀ ਦੀ। ਉਦੋਂ ਇਹ ਹੈਡ ਗ੍ਰੰਥੀ ਨਹੀਂ ਸਨ ਤੇ ਬਾਹਰੋਂ ਆਏ। ਅਸੀਂ ਕੇਸਰੀ ਦਸਤਾਰਾਂ ਸਜਾਈਆਂ ਸੀ। ਨਹੀਂ ਬਹਿਣ ਦੇਣਾ ਤੁਹਾਨੂੰ, ਸਾਨੂੰ ਡਿਊਟੀ ਤੇ ਨਹੀਂ ਬਹਿਣ ਦਿੱਤਾ ਗਾ। ਕਿਉਂ ਕਿ ਤੁਸੀਂ ਕੇਸਰੀ ਦਸਤਾਰਾਂ ਸਜਾਈਆਂ ਨੇ ਸਾਨੂੰ। ਹਾਂਜੀ, ਸਾਰੇ ਪਾਸੇ ਬੰਦੇ,
ਸਾਡਾ ਨਿਸ਼ਾਨ ਸਾਹਿਬ ਕੇਸਰੀ ਹੈ, ਸਾਡਾ ਨਿਸ਼ਾਨ ਸਾਹਿਬ ਕੇਸਰੀ ਹੈ। ਜਦੋਂ ਅਸੀਂ ਪੀਲੇ ਸਰੋਪੇ ਦਿੰਦੇ ਹਾਂ ਕੇਸਰੀ, ਕਿਸੇ ਵੀ ਗੁਰੂ ਘਰ 'ਚ ਚਲੇ ਜਾਓ, ਕੋਈ ਵੀ ਸਮਾਗਮ ਹੋਵੇ, ਉਹ ਸਰੋਪੇ ਕਿਹੜੇ ਰੰਗ ਦੇ ਹੁੰਦੇ ਨੇ? ਕੇਸਰੀ ਹੁੰਦੇ ਨੇ। ਮਨ ਵਿੱਚ ਬੜਾ ਆਇਆ ਤੇ ਮੈਨੇਜਰ ਸਾਹਿਬ, ਮੈਨੂੰ ਭੁੱਲ ਗਿਆ ਕਿਹੜੇ ਸੀ, ਉਹਨਾਂ ਨੂੰ ਫੋਨ ਕੀਤਾ ਮੈਂ, ਇਨਫੋਰਮੇਸ਼ਨ ਦਫ਼ਤਰ ਬਹਿ ਗਿਆ, ਭਾਈ ਕਮਲਜੀਤ ਸਿੰਘ ਬੱਲੀ ਸਾਹਿਬ ਸੀ, ਕਮਲਜੀਤ ਮੇਰੇ ਨਾਲ ਸੀ। ਮੈਂ ਕਿਹਾ ਵੀ ਹੁਣੇ ਫੈਸਲਾ ਕਰੋ ਵੀ ਅਸੀਂ ਫਿਰ ਹਰੀਆਂ ਪੱਗਾਂ ਬੰਨ੍ਹ ਕੇ ਆ ਜਾਈਏ, ਜੇ ਸਾਨੂੰ ਕੇਸਰੀ ਨਹੀਂ ਬੰਨ੍ਹਣ ਦੇਣੀਆਂ ਤੇ ਹਰੀਆਂ ਪੱਗਾਂ ਬੰਨ੍ਹ ਕੇ ਆ ਜਾਂਦੇ ਹਾਂ। ਫਿਰ ਪ੍ਰਧਾਨ ਸਾਹਿਬ ਨੂੰ ਫੋਨ ਲਾਇਆ, ਉਸੇ ਵੇਲੇ ਮੈਂ ਫਿਰ ਲਿਖ ਕੇ ਦਿੱਤਾ ਹੈੱਡ ਗ੍ਰੰਥੀ ਸਾਹਿਬ ਨੂੰ। ਹੈੱਡ ਗ੍ਰੰਥੀ ਉਦੋਂ ਸੀ ਭਾਈ ਸਾਹਿਬ ਆਪਣੇ ਜਸਵਿੰਦਰ ਸਿੰਘ ਜੀ, ਉਹਨਾਂ ਨੂੰ ਫਿਰ ਲਿਖ ਕੇ ਦਿੱਤਾ ਵੀ ਸਾਡੇ ਨਾਲ ਆ ਹੋਇਆ, ਸਾਨੂੰ ਕੇਸਰੀ ਦਸਤਾਨਾ ਬੰਨ੍ਹ ਕੇ ਡਿਊਟੀ 'ਤੇ ਬਹਿਣ ਤੋਂ ਮਨ੍ਹਾ ਕੀਤਾ ਗਿਆ। ਪਰ ਕੋਈ ਸੁਣਵਾਈ ਨਹੀਂ ਹੋਈ। ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਵੀਰ ਕਹਿ ਕੇ ਗਏ ਨਾ, ਇਹ ਥੋੜ੍ਹਾ ਜਿਹਾ ਇਹਨੂੰ ਵੀ ਸਮਝੀਏ, ਅੰਦਰੋਂ ਸਾਰਾ ਇੱਕੋ ਹੀ ਹੈ ਕੰਮ, ਤੇ ਇਸ ਕਰਕੇ ਥੋੜ੍ਹਾ ਜਿਹਾ ਸਖਤ ਹੋਣਾ ਪੈਣਾ ਤੁਹਾਨੂੰ, ਆਪਣੇ ਮਾਨ ਸਨਮਾਨ ਵਾਸਤੇ ਸਖਤ ਹੋਣਾ ਪੈਣਾ, ਇੱਕ ਹੋਣਾ ਪੈਣਾ, ਭਾਵੇਂ ਜਿਹੜਾ ਮਰਜ਼ੀ ਜੋ ਮਰਜ਼ੀ ਜ਼ੋਰ ਲਾ ਲੈ, ਪਰਵਾਹ ਨਹੀਂ ਕਰਨੀ ਕਿਸੇ ਦੀ, ਸੱਚੇ ਦਿਲੋਂ ਅੰਦਰੋਂ ਹੋ ਕੇ, ਤਕੜੇ ਹੋ ਕੇ, ਇਕੱਠੇ ਹੋ ਕੇ, ਜਿਵੇਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਬਾਰ-ਬਾਰ ਤੁਹਾਨੂੰ ਹਲੂਣਾ ਦੇ ਰਹੇ ਨੇ ਵੀ ਤਕੜੇ ਹੋ ਕੇ ਰਹਿਣਾ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਗੱਲ ਰੱਖਦਾ ਕਿ ਚਮਨ ਲਾਲ ਚਿੱਟੀ ਪੱਗ ਬੰਨ੍ਹ ਕੇ ਕੀਰਤਨ ਅੰਦਰ ਕਰਦਾ ਰਿਹਾ ਤੇ ਗੋਲ ਪਰਨਾ, ਜਿਹਨੂੰ ਰਾਗ ਵੀ ਪੂਰਾ ਨਹੀਂ ਆਉਂਦਾ। ਡਿਊਟੀ ਭਾਈ ਮਨਜੀਤ ਸਿੰਘ ਦੀ ਕੱਟੀ ਗਈ, ਜਿਹੜੇ ਰਾਗਾਂ ਦੇ ਤਨੰਤਰ ਸਨ, ਤੇ ਲੋਗੋ ਰਾਗੀਆਂ ਤੇ ਲਾਇਆ ਜਾਂਦਾ ਹੈ ਕਿ ਰਾਗ ਦਾ ਬੇੜਾ ਗਰ ਕਰਤਾ ਰਾਗੀਆਂ ਨੇ। ਸਿਸਟਮ ਉੱਪਰੋਂ ਖਰਾਬ ਹੈ ਤੇ ਦੋਸ਼ੀ ਰਾਗੀਆਂ ਨੂੰ ਬਣਾਇਆ ਜਾਂਦਾ ਹੈ। ਉਹ ਜਿਹੜਾ ਭਾਈ ਸ਼ਕੀਨ ਸਿੰਘ ਦੱਸ ਰਹੇ ਨੇ, ਮੈਨੂੰ ਖੈਰ ਪੂਰਾ ਯਾਦ ਨਹੀਂ ਸੀ, ਵੀ ਜਿਹੜਾ ਚਮਨ ਲਾਲ ਅੰਦਰ ਸ਼ਬਦ ਵੀ ਭੁੱਲ ਗਿਆ ਸੀ ਤੇ ਉਹਨੂੰ ਪੋਥੀ ਦਿੱਤੀ ਗਈ ਸੀ ਅੰਦਰ, ਉਹਨੂੰ ਕੋਈ ਬਸੰਤ ਰਾਗ, ਮੈਂ ਭਾਈ ਸਾਹਿਬ ਦੱਸ ਰਹੇ ਨੇ ਜਿਹੜੇ ਮੌਕੇ ਤੇ ਗਵਾਹ ਨੇ, ਭਾਈ ਓਂਕਾਰ ਸਿੰਘ ਕਹਿੰਦੇ ਮੈਂ ਉੱਥੇ ਸੀ, ਬਸੰਤ ਦੀਆਂ ਪੌੜੀਆਂ ਪਿੱਛੋਂ ਬੋਲ ਬੋਲ ਕੇ ਇਹਨਾਂ ਨੂੰ ਕਰਾਈਆਂ ਗਈਆਂ ਸੀ। ਉਹਨਾਂ ਨੇ ਕੀਤੀ ਨਹੀਂ ਡਿਊਟੀ, ਜਦੋਂ ਉਹਨਾਂ ਨੂੰ ਭਾਈ ਮਨਜੀਤ ਸਿੰਘ ਹੋਰਾਂ ਨੂੰ ਬਾਹਰੋਂ ਲੈ ਕੇ ਆਏ ਦੁਬਾਰਾ। ਪਹਿਲਾਂ ਚਲੋ ਇਹ ਮੈਂ ਦੁਬਾਰਾ ਗੱਲ ਸੁਣਾ ਦੇਣੀ ਸੀਗੀ। ਭਾਈ ਮਨਜੀਤ ਸਿੰਘ ਜੀ ਦੀ ਡਿਊਟੀ ਸੀਗੀ, ਜਿਹਦੇ ਕਰਕੇ ਇਹ ਗੱਲ ਯਾਦ ਵੀ ਰਹੀ ਆਪਾਂ ਨੂੰ, ਤੇ ਕੱਟ ਕੇ ਦਿੱਤੀ ਗਈ ਚਮਨਜੀਤ ਸਿੰਘ ਲਾਲ ਹੋਰਾਂ ਨੂੰ। ਸੋਧਰ ਦੀ ਡਿਊਟੀ ਉਦੋਂ ਨਹੀਂ ਸੀ ਸਾਨੂੰ ਪਤਾ ਵੀ, ਉਦੋਂ ਕੋਈ ਸਵਾਲ ਨਹੀਂ ਸੀ ਕਰਦਾ, ਉਦੋਂ ਹੀ ਸਿਆਣੇ ਸਾਰੇ ਕਿੱਥੇ ਸੀਗੇ, ਜਾਂ ਉਦੋਂ ਕੋਈ ਵਿਦਵਾਨ ਨਹੀਂ ਸੀ ਹੈਗਾ ਇਹਨਾਂ ਦੇ ਵਿੱਚ। ਉਦੋਂ ਭਾਈ ਸਾਹਿਬ ਨੂੰ ਡਿਊਟੀ ਦੇ ਦਿੱਤੀ ਤੇ ਉਹ ਡਿਊਟੀ ਕਰਦੇ ਜਦੋਂ ਪੌੜੀਆਂ ਦਾ ਸਮਾਂ ਆਇਆ ਤਾਂ ਉਹਨਾਂ ਨੇ ਕਿਹਾ ਪੌੜੀ ਲਓ, ਕਹਿੰਦੇ ਪੌੜੀ ਮੈਨੂੰ ਆਉਂਦੀ ਨਹੀਂ ਜੀ। ਤੇ ਫਿਰ ਇੱਕ ਦੂਜੇ ਵੱਲ ਦੇਖਣ ਵੀ ਹੁਣ ਕੀ ਕਰੀਏ, ਫਿਰ ਬਾਹਰ ਸੇਵਾਦਾਰ ਭਜਾਏ ਵੀ ਭਾਈ ਮਨਜੀਤ ਸਿੰਘ ਜੀ ਨੂੰ ਲੈ ਕੇ ਆਓ। ਹਾਂ, ਗੁਰੂ ਸਾਹਿਬ ਦੀ ਕੋਈ ਆਪਣੀ ਸਤਿਗੁਰੂ ਜੀ ਨੇ ਰੱਖਣੀ ਸੀ ਆਪਣੇ ਸੇਵਕ ਦੀ, ਤੇ ਭਾਈ ਮਨਜੀਤ ਸਿੰਘ ਉਦੋਂ ਘਰ ਨਹੀਂ ਗਏ, ਪਤਾ ਨਹੀਂ ਕੀ ਉਹਨਾਂ ਦੇ ਮਨ 'ਚ ਹੀ ਬੈਠੇ ਰਹੇ, ਉੱਥੇ ਦਰਸ਼ਨ ਜੋੜੀ ਬੈਠੇ ਰਹੇ। ਦਰਸ਼ਨ ਜੋੜੀ ਜੇ ਭਾਈ ਸਾਹਿਬ ਮਨਜੀਤ ਸਿੰਘ ਹੋਰੀ ਚਲੇ ਜਾਂਦੇ ਤੇ ਉਸ ਦਿਨ ਮਰਿਆਦਾ ਦਾ ਕੀ ਬਣਦਾ ਜੇ ਰਾਗੀ ਸਿੰਘ ਨਾ ਉੱਥੇ ਕੋਈ ਹੁੰਦਾ। ਭਾਈ ਸਾਹਿਬ ਜੀ ਨੂੰ ਫਿਰ ਅੰਦਰ ਲਿਆਂਦਾ ਗਿਆ, ਉਹਨਾਂ ਨੇ ਛੋਟਾ ਜਿਹਾ ਸਲੋਕ ਇੱਕ ਬਸੰਤ ਦਾ ਪੜ੍ਹ ਕੇ ਪੌੜੀਆਂ ਲਾ ਕੇ ਤੇ ਸੋਦਰ ਦਾ ਕੀਰਤਨ ਉਹ ਦਿਨ ਪੂਰਾ ਕੀਤਾ। ਉਸ ਦਿਨ ਦੀਆਂ ਗੱਲਾਂ ਤੁਸੀਂ ਕਿਉਂ ਭੁੱਲ ਜਾਂਦੇ ਹੋ ਵੀਰੋ? ਉਹ ਵੀ ਆਪਣੇ ਰਾਗੀ ਸਿੰਘ ਸੀਗਾ। ਤੇ ਬਾਕੀ ਗੱਲਾਂ ਮੈਂ ਤੁਹਾਡੇ ਨਾਲ ਵਿਸਤਾਰ ਨਾ ਕਰਨੀ, ਜਿਹੜੇ ਬੋਲਣ ਵਾਲੇ ਰਹਿ ਗਏ ਨੇ ਇੱਕ ਵਾਰੀ ਬੁਲਾ। ਮੈਂ ਇੱਥੇ ਦੱਸਣਾ ਚਾਹੁੰਦਾ, ਅੱਜ ਇੱਕ ਹੋਰ ਗੱਲ ਮੈਨੂੰ ਯਾਦ ਆਈ ਹੈ। ਸਾਡੇ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਜਿੱਥੇ ਨਹੀਂ ਗਏ, ਮੇਰੇ ਖਿਆਲ ਉਹ ਬਾਹਰ ਨੇ। ਉਹ ਜੇ ਚਾਹਾਂਗੇ ਤੇ ਵੀਡੀਓ ਕਾਲ ਕਰਕੇ ਇਹ ਗੱਲ ਨੂੰ ਬਿਆਨ ਦਰਜ ਜ਼ਰੂਰ ਕਰਾਉਣਗੇ, ਅਸੀਂ ਕਰਾਂਗੇ ਉਹਨਾਂ ਦਾ ਬਿਆਨ ਦਰਜ। ਪਰ ਮੈਂ ਦੱਸਦਾ, ਉਹ ਇੱਕ ਵਾਰ ਡਿਊਟੀ ਬੈਠਣ ਲੱਗੇ ਸੀ ਤੇ ਉਹਨਾਂ ਦੀ ਕਿਰਪਾਨ ਥੱਲਿਓਂ ਦੀ ਪਾਈ ਹੋਈ ਸੀ। ਹੋ ਜਾਂਦਾ ਅਕਸਰ, ਕਈ ਵਾਰੀ ਹੋ ਜਾਂਦਾ, ਤੇ ਉਹਨੂੰ ਕਹਿਣ ਲੱਗੇ ਕਿਰਪਾਨ ਨਹੀਂ ਪਾਈ ਤੂੰ। ਉਹਨੇ ਭਾਈ ਸਾਹਿਬ ਨੇ ਕੱਢ ਕੇ ਇਦਾਂ ਕਹਿੰਦੇ, ਆ ਵੇਖੋ ਮੈਂ ਪਾਈ ਹੈ ਜੀ, ਉੱਠ ਇੱਥੋਂ, ਉੱਠ ਬਾਹਰ ਜਾ, ਇਹਨੂੰ ਉੱਤੋਂ ਦੀ ਪਾ ਕੇ ਆ। ਦੱਸੋ ਇਹ ਕਿੱਥੋਂ ਦਾ ਨਿਯਮ ਆ? ਹਰਿਮੰਦਰ ਸਾਹਿਬ ਦੇ ਅੰਦਰ ਹੀ ਇੰਨਾ ਬੇਇੱਜ਼ਤ ਕਰਨਾ, ਉਹ ਅੰਮ੍ਰਿਤ ਦੇ ਨਾਂ ਤੇ, ਕਿਰਪਾਨ ਦੇ ਨਾਂ ਤੇ। ਮੈਂ ਹੁਣ ਅਗਲੇ ਭਾਈ ਸਾਹਿਬ ਜੀ, ਮੈਂ ਭਾਈ ਦਵਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵਿਚਾਰ ਰੱਖਣਗੇ।
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੀ ਸਤਿਕਾਰਯੋਗ ਵੀਰੋ, ਟਾਈਮ ਬੜਾ ਹੋ ਗਿਆ ਤੇ ਗਰਮੀ ਵੀ ਹੋ ਗਈ ਆ ਕਾਫੀ, ਮੈਨੂੰ ਪਤਾ। ਸਾਰੇ ਬੇਨਤੀ ਇਸ ਤਰ੍ਹਾਂ ਵੀ ਪਤਾ ਤੇ ਸਾਰਿਆਂ ਨੇ ਦੱਸਤਾ। ਮੈਨੂੰ ਸਾਰਿਆਂ ਦੀ ਗੱਲਾਂ ਸੁਣ ਕੇ ਤੇ ਇੱਕ ਸ਼ੇਰ ਯਾਦ ਆਉਣ ਡਿਆ ਸੀਗਾ। ਉਹ ਕਹਿੰਦੇ ਵੀ ਇਹ ਗੱਲਾਂ ਸੁਣ ਕੇ ਹਾਸੇ ਆਉਂਦੇ ਨੇ, ਪਰ ਤੁਹਾਡੇ ਵੱਲ ਵੇਖ ਕੇ ਦਿਲਾਸੇ ਆਉਂਦੇ ਨੇ। ਲੋਕਾਂ ਭਾਵੇਂ ਖੰਡ ਆਵੇ, ਵੰਡ ਆਵੇ ਖੰਡ ਮਿਸ਼ਰੀ, ਤੇ ਸਾਡੇ ਇੱਥੇ ਪਤਾਸੇ ਆਉਂਦੇ ਨੇ। ਠੀਕ ਹੈ ਨਾ, ਕਿਉਂਕਿ ਮੈਨੂੰ ਥੋੜ੍ਹੇ ਦਿਨ ਪਹਿਲਾਂ ਮਿਲੇ ਪਤਾਸੇ, ਮੈਂ ਤਾਂ ਕਰਕੇ ਮੇਰੇ ਨਾਲ ਐਡੀ ਕੋਈ ਵਾਕਿਆ ਹੋਇਆ ਨਹੀਂ ਇੱਦਾਂ ਦਾ। ਪਰ ਮੇਰਾ ਉਸ ਦਿਨ ਮਨ ਬੜਾ ਟੁੱਟਿਆ ਕਿ ਕੁਝ ਚਿਰ ਪਹਿਲਾਂ ਸ਼ਾਇਦ ਭਾਈ ਰਾਜ ਸਿੰਘ ਹੁਣਾਂ ਨੂੰ ਯਾਦ ਹੋਵੇ ਚਾਹੇ ਨਾ ਹੋਵੇ, ਇਹ ਡਿਊਟੀ ਕਰਕੇ ਉੱਠ ਰਹੇ ਸੀ ਤੇ ਮੈਂ ਡਿਊਟੀ ਬੈਠਣਾ ਸੀ। ਤੇ ਨਾਲ ਹੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੋਣੀ ਉਹ ਵੀ ਡਿਊਟੀ ਉੱਠ ਕੇ ਬਾਹਰ ਆ ਰਹੇ, ਤੇ ਇਹਨਾਂ ਨੂੰ ਆਣ ਕੇ ਕਹਿੰਦੇ ਭਾਦੋਂ ਦਾ ਮਹੀਨਾ ਸੀ ਤੇ ਭਾਦੋਂ ਵੀ ਅਖੀਰ ਸੀ। ਆਂਦੇ ਰਾਏ ਸਿਆ ਮਲਹਾਰ ਨਹੀਂ ਪੜਿਆ ਤੂੰ, ਮਲਹਾਰ ਨਹੀਂ ਪੜਿਆ, ਵੇਖ ਲਾ। ਤੇ ਮੈਂ ਮਨ 'ਚ ਸੋਚਿਆ, ਮੈਂ ਕਿਹਾ ਜੇ ਇਹਨਾਂ ਵਰਗਿਆਂ ਨੂੰ ਕੀਰਤਨ ਕਰਨੀ ਆਉਂਦਾ ਤੇ ਫਿਰ ਸਾਡਾ ਤਾਂ ਕੋਈ ਗ੍ਰੇਡ ਨਹੀਂ ਹੈਗਾ, ਅਸੀਂ ਤਾਂ ਫਿਰ ਹੈ ਹੀ ਨਹੀਂ ਆ। ਜੇ ਇਹਨਾਂ ਵਰਗਿਆਂ ਦੇ ਉੱਤੇ ਵੀ ਗੱਲ ਉੱਠ ਸਕਦੀ ਆ, ਜਾਂ ਭਾਈ ਮਨਿੰਦਰ ਸਿੰਘ ਉਹਨੂੰ ਮੈਂ ਤਾਂ ਕਰਕੇ ਇਹਨਾਂ ਵਾਸਤੇ ਕਹਿ ਰਿਹਾ ਕਿ ਇਹਨਾਂ ਨਾਲ ਬਹੁਤ ਵਾਰੀ ਹੋਇਆ, ਰਾਗ ਦਰਬਾਰ ਦੇ ਵਿੱਚ ਹੋਇਆ ਕਿ ਜੋ ਇਹਨਾਂ ਨਾਲ ਹੋਇਆ ਸੀ ਨਾ, ਮੈਂ ਤਾਂ ਕਰਕੇ ਵੀ ਇਹਨਾਂ ਵੱਲ ਵੇਖ ਕੇ ਸਾਡਾ ਹੌਸਲਾ ਟੁੱਟਦਾ ਵੀ ਜੇ ਯਾਰ ਇਹਨਾਂ ਗੁਣੀ ਜਿਹਨਾਂ ਲੋਕਾਂ ਦੇ ਨਾਲ ਇਹ ਕੰਮ ਹੁੰਦਾ ਤੇ ਸਾਨੂੰ ਤਾਂ ਫਿਰ ਹੁੰਦਾ ਹੀ ਕੁਛ ਨਹੀਂ। ਸੋ ਇਸ ਕਰਕੇ ਇਹ ਤੇ ਉਹ ਆ ਵੀ ਜਦੋਂ ਹੋਰਾਂ ਦੀ ਹਮਾਇਤ ਕਰਨ ਲੱਗੋ ਸਮਝੋ ਦਾਤਾ ਨੇ ਸੁਖਾਲੇ ਕਰਤੇ। ਮੇਰੇ ਨਾਲ ਕੋਈ ਐਸੀ ਹੋਈ ਨਹੀਂ, ਪਰ ਮੇਰੇ ਅੰਦਰ ਤੁਹਾਡਾ ਦਰਦ ਸੀਗਾ। ਤੇ ਅਸੀਂ ਸਾਰੇ ਰਾਗੀ ਸਿੰਘਾਂ ਨੂੰ ਫੋਨ ਕਰ ਕਰਕੇ ਪੁੱਛੋ ਕਈ ਵਾਰੀ ਵੀ ਯਾਰ ਕੁਝ ਕਰੀਏ ਦਾ ਕਰੀਏ, ਪਰ ਕਿਤੇ ਨਾ ਕਿਤੇ ਸਾਡੀ ਇੱਥੇ ਗੱਲ ਆਣ ਕੇ ਅੜ ਜਾਂਦੀ ਸੀ ਵੀ ਪਤਾ ਨਹੀਂ ਇਹੋ ਕੁ ਸੋਚ ਦੇਖ ਕੇ ਪਤਾ ਨਹੀਂ ਕੀ ਹੋ ਜਾਣਾ, ਕਿਹੜਾ ਸਾਪਿਆ ਗਾੜੀ ਉਹਨੇ ਮੂੰਹ 'ਚ ਸਾਨੂੰ ਪਾ ਲੈਣਾ ਤੇ ਸ਼ਾਇਦ ਪਤਾ ਨਹੀਂ ਨਿਕਲ ਲੈਣਾ। ਇਸ ਕਰਕੇ ਅੱਜ ਮੈਂ ਕਹਿੰਦਾ ਵਾਂ ਵੀ ਜਿਸ ਦਾ ਸਾਹਿਬ ਡਾਡਾ ਹੋਏ ਤੇ ਇਸ ਨੂੰ ਮਾਰ ਨਾ ਸਕਿਆ ਕੋਏ। ਪ੍ਰਸ਼ਾਦਾ ਸਾਨੂੰ ਗੁਰੂ ਰਾਮਦਾਸ ਨੇ ਦੇਣਾ ਜੇ, ਪ੍ਰਸ਼ਾਦਾ ਸਾਨੂੰ ਕਿਸੇ ਬੰਦੇ ਨੇ ਨਹੀਂ ਦੇਣਾ। ਪਰ ਇਹ ਹੈ ਕਿ ਜੇ ਆਪਾਂ ਗਲਤ ਹਾਂ ਤੇ ਆਪਾਂ ਮਾਫੀ ਮੰਗਣ ਨੂੰ ਵੀ ਤਿਆਰ ਹਾਂ, ਤੇ ਜੇ ਆਪਾਂ ਸਹੀ ਹਾਂ ਤੇ ਫਿਰ ਜੇ ਜੀਵੇ ਪਤ ਲੱਥੀ ਜਾਏ, ਫਿਰ ਤਾਂ ਸਭ ਤੁਹਾਨੂੰ ਪਤਾ ਹੀ ਹੈ। ਤੇ ਮੇਰੇ ਵੀਰੋ, ਅੱਜ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਕੱਲ੍ਹ ਲਿਸਟ ਬਣਾਈ ਸੀ, ਲਿਸਟ ਬਣਾ ਕੇ ਸਾਰਿਆਂ ਨੂੰ ਫੋਨ ਕੀਤੇ ਸੀ, ਫੋਨ ਕਰਕੇ ਫਤਿਹ ਦੀ ਸਹਿਮਤੀ ਲਈ ਸੀ। ਤੇ ਮਨ ਵਿੱਚ ਇਹ ਇੱਕ ਬੜਾ ਡਰ ਜਿਹਾ ਸੀਗਾ ਵੀ ਯਾਰ ਜਿੰਨਾ ਸਿੰਘਾਂ ਨੂੰ ਅੱਜ ਫੋਨ ਕੀਤੇ ਸਾਰੇ ਆ ਜਾਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਵੀ ਇੰਨੇ ਕੁ ਸਿੰਘ ਬੇਸ਼ੱਕ ਭਾਵੇਂ ਸਾਡੇ ਕੋਲ 40-45 ਸਿੰਘ ਪਹੁੰਚੇ ਆ, ਪਰ ਘੱਟੋ ਘੱਟ ਨਹੀਂ 30-35 ਸਿੰਘਾਂ ਦੇ ਸਾਨੂੰ ਫੋਨ ਵੀ ਆ ਚੁੱਕੇ ਜਿਹੜੇ ਨਹੀਂ ਆਏ, ਜਿਨ੍ਹਾਂ ਨੇ ਸਾਨੂੰ ਫੁੱਲ ਹਮਾਇਤ ਦਿੱਤੀ ਵੀ ਅਸੀਂ ਭਾਈ ਸਾਹਿਬ ਤੁਹਾਡੇ ਨਾਲ ਆ। ਤੇ ਵੈਸੇ ਅਸੀਂ ਜੇ ਬੋਲਦੇ ਰਹੀਏ ਤੇ ਇਹਦੇ ਵਿੱਚੋਂ ਕੋਈ ਬੰਦਾ ਵੀ ਖਾਲੀ ਨਹੀਂ ਆ ਜਿਹਨੂੰ ਪ੍ਰਸ਼ਾਦ ਨਹੀਂ ਮਿਲਿਆ। ਕੋਈ ਸਾਰਿਆਂ ਦੇ ਨਾਲ ਕੁਝ ਨਾ ਕੁਝ ਹੋਇਆ ਹੈ। ਪਰ ਵੈਸੇ ਮੈਂ ਸਮਝਦਾ ਵੀ ਜੋ ਕੁਛ ਜਿੰਨਾ ਕੁ ਹੋ ਗਿਆ ਬਹੁਤ ਲੰਬਾ ਹੋ ਜਾਣਾ ਟਾਈਮ। ਸੋ ਗੁਰੂ ਕਿਰਪਾ ਕਰੇ ਜੇ ਤੇ ਆਪਾਂ ਰਹੇ ਗੁਰੂ ਕੇ ਪਿਆਰਿਓ ਇਸ ਤਰ੍ਹਾਂ, ਤੇ ਸਾਡੇ ਆਉਣ ਵਾਲੇ ਬੱਚੇ ਸਾਨੂੰ ਅਸੀਸਾਂ ਦੇਣਗੇ। ਨਹੀਂ ਤੇ ਮੇਰਾ ਬੱਚਾ ਹੁਣ ਹੀ ਕਹਿੰਦਾ ਪਾਪਾ ਕੀ ਹੋ ਰਿਹਾ, ਹੁਣ ਹੀ ਮੈਨੂੰ ਪੁੱਛਦਾ ਹੈ ਵੀ ਨਾਲ ਕੁਝ ਹੋਰ ਪਾਪਾ ਲਾਈਨ ਚੁਣਨੀ ਚਾਹੀਦੀ ਹੈ। ਜਾਂ ਤੇ ਬੜੇ ਤੁਹਾਨੂੰ ਬਿਨਾਂ ਮਤਲਬ ਤੋਂ ਧੋਕੇ ਮਰ ਜਾਂਦੇ, ਜਿਹੜੇ ਜਿੱਥੇ ਮਰਜ਼ੀ ਆਰਡਰ ਪਾ ਕੇ ਤੋਰ ਦਿੰਦੇ ਆ। ਭਾਈ ਸਾਹਿਬ ਹੁਣਾਂ ਦਾ ਮੈਨੂੰ ਫੋਨ ਆਇਆ, ਇਹਨਾਂ ਨੇ ਦਿੱਲੀ ਕੀਰਤਨ ਕਰਨਾ ਸੀ, ਇਹਨਾਂ ਦੀ ਚੁੱਕ ਕੇ ਡਿਊਟੀ ਬਟਾਲੇ ਲਾਤੀ। ਇਹ ਵਿਚਾਰੇ ਅੰਦਰੋਂ ਪਰੇਸ਼ਾਨ। ਚਲੋ ਅਸਾਂ ਬੜਾ ਕੁਝ ਝੱਲਿਆ ਤੇ ਸਾਨੂੰ ਝੱਲਣ ਦੀ ਸਮਰੱਥਾ ਵੀ ਗੁਰੂ ਨੇ ਦਿੱਤੀ ਹੈ, ਪਰ ਜਿਹੜਾ ਬਿਨਾਂ ਮਤਲਬ ਤੋਂ ਝੱਲਣਾ ਨਾ, ਉਹ ਝੱਲਣਾ ਜਿਹੜਾ ਕਿ ਨਹੀਂ ਆ, ਉਹ ਵੈਸੇ ਵੀ ਕਹਿੰਦੇ ਗੁਨਾਹ ਹੁੰਦਾ। ਕਿਸੇ ਨੂੰ ਜ਼ੁਲਮ ਕਰਨਾ ਵੀ ਗੁਨਾਹ ਵਾ ਤੇ ਸਹਿਣਾ ਵੀ ਗੁਨਾਹ ਹੈ। ਸੋ ਗੁਰੂ ਕੇ ਪਿਆਰਿਓ, ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਤੁਸੀਂ ਸਾਰਿਆਂ ਨੇ ਸਮੂਲੀਅਤ ਕੀਤੀ ਹੈ। ਤੇ ਇੱਦਾਂ ਹੀ ਕਰਿਓ, ਤੇ ਜੇ ਕਰਦੇ ਰਹੇ ਤੇ ਫਿਰ ਤੁਹਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਤਗੜੇ ਹੋ ਕੇ ਜੇ ਸਾਡੇ ਕੋਲ ਸ਼ਬਦ ਦੀ ਟੇਕ ਆ ਨਾ, ਤੇ ਫਿਰ ਸਾਨੂੰ ਕੋਈ ਵੀ ਨਹੀਂ ਨਿਭਾ ਸਕਦਾ। ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਿੰਦਰ ਸਿੰਘ ਮੈਂ ਜ਼ਰੂਰ ਕਹੂੰਗਾ ਵੀ ਤੁਸੀਂ ਆਪਣਾ ਵਾਕਿਆ ਇੱਕ ਅੱਧਾ ਜ਼ਰੂਰ ਸੁਣਾਓ, ਕਿਉਂਕਿ ਮੇਰਾ ਦਿਲ ਸੀਗਾ। ਕਿਉਂਕਿ ਜਦੋਂ ਇਹ ਸਾਡੀ ਨਹੀਂ, ਜਦੋਂ ਗੁਣੀ ਜਨਾਂ ਬੰਦਿਆਂ ਦੇ ਨਾਲ ਇੱਦਾਂ ਹੁੰਦਾ ਨਾ, ਉਦੋਂ ਸਾਨੂੰ ਠੇਸ ਪਹੁੰਚਦੀ ਹੈ। ਸਾਡੀ ਕੋਈ ਗੱਲ ਨਹੀਂ ਆ, ਅਸੀਂ ਤਾਂ ਚਲੋ ਅਜੇ ਵਾਧੂ ਘੱਟ ਹੋਏ, ਪਰ ਜਦੋਂ ਗੁਣੀ ਜਨ ਬੰਦਿਆਂ ਨਾਲ ਇੱਦਾਂ ਹੁੰਦਾ ਨਾ, ਉਦੋਂ ਮਨ ਨੂੰ ਠੇਸ ਪਹੁੰਚਦੀ ਵੀ ਇਹਨਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ, ਮਿਹਨਤਾਂ ਕਰ ਕਰਕੇ ਇੱਥੇ ਪਹੁੰਚੇ, ਤੇ ਅੱਜ ਉਹਨੂੰ ਬੰਦਾ ਉਹ ਕਵੇ। ਮੈਂ ਛੋਟੀ ਜਿਹੀ ਗੱਲ ਫਿਰ ਲੰਬੀ ਹੋ ਗਈ ਹੈ,
ਮੈਨੂੰ ਵੀ ਇਸ ਤਰ੍ਹਾਂ ਕਹਿੰਦੇ ਸੀ ਵੀ ਮੈਂ ਵਾਹਿਗੁਰੂ ਤੇਰਾ ਸਭ ਸਦਕਾ ਮੈਂ ਰਾਗ ਪੜ੍ਹਿਆ, ਸ਼ਬਦ ਲਿਆ। ਆਂਦੇ ਤੁਖਾਰੀ ਰਾਗ ਨਹੀਂ ਪੜ੍ਹਿਆ। ਮੈਂ ਕਿਹਾ ਹੁਣ ਮੈਂ ਤੁਖਾਰੀ 'ਚ ਪੜ੍ਹ ਦਿੱਤਾ ਵਾ, ਤੇ ਹੁਣ ਮੈਂ ਕੀ ਕਰਾਂ? ਮੈਨੂੰ ਉੱਥੇ ਫਿਰ ਮੈਂ ਸਕੀਮ ਵਰਤੀ, ਮੈਂ ਭੀਮ ਪਲਾਸੀ ਦੇ ਵਿੱਚ ਘੋਲ ਕੇ ਮਾਈ ਲਾ ਲੈਣਾ, ਉਹ ਪੜ੍ਹ ਦਿੱਤਾ। ਪਤਾਸੇ ਮਿਲੇ ਸੀ ਉਦੋਂ ਮੈਨੂੰ ਵੀ। ਰਾਗ ਭੀਮ ਪਲਾਸੀ ਸੀ, ਸ਼ਬਦ ਤੁਖਾਰੀ ਦਾ ਸੀਗਾ। ਸੋ ਇਸ ਕਰਕੇ ਜੇ ਇਹਨਾਂ ਵਰਗਿਆਂ ਦੇ ਨਾਲ ਜਦੋਂ ਹੁੰਦੀ ਹੈ ਨਾ, ਉਦੋਂ ਸਾਨੂੰ ਠੇਸ ਪਹੁੰਚਦੀ ਹੈ ਵੀ ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕਰ ਕਰਕੇ ਇੱਥੇ ਪਹੁੰਚੇ ਆ। ਸੋ ਗੁਰੂ ਕੇ ਪਿਆਰਿਓ, ਸਾਰਿਆਂ ਦਾ ਤੁਹਾਡਾ ਧੰਨਵਾਦ। ਫੋਨ ਕਰਨ 'ਤੇ ਤੁਸੀਂ ਸਾਰੇ ਪਹੁੰਚੇ ਹੋ, ਤੇ ਇੱਦਾਂ ਹੀ ਪਹੁੰਚੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਸਾਰੇ ਵੀਰ ਜਿਹੜੇ ਰਾਗੀ ਸਿੰਘ, ਮੈਂ ਤਾਂ ਕਹਿੰਦਾ ਬੜੇ ਵੱਡੇ ਭਾਗ ਨੇ ਇਹਨਾਂ ਭਾਈ ਗੁਰਦੇਵ ਸਿੰਘ ਹੋਰਾਂ ਦੇ ਵੀ, ਕਿਉਂਕਿ ਦੋ ਰਾਗੀ ਸਿੰਘ ਇਕੱਠੇ ਕਰਨੇ ਹੋਣ ਤੇ ਬਹੁਤ ਔਖਾ ਹੁੰਦਾ। ਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ 40-45 ਦੇ ਕਰੀਬ ਇੱਕੋ ਜਗ੍ਹਾ ਇਕੱਠੇ ਹੋਣੇ ਬੜੀ ਵੱਡੀ ਗੱਲ ਹੈ। ਤੇ ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੋਈ ਹੈ। ਮੇਰੇ ਕੋਲ ਰਿਹਾ ਨਹੀਂ ਗਿਆ, ਭਾਈ ਸਾਹਿਬ ਜੀ ਨੇ 2-3 ਵਾਰ ਕਿਹਾ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਬਾਰ-ਬਾਰ ਆਪਾਂ ਇੱਕੋ ਗੱਲ ਨੂੰ ਜੇ ਜ਼ਿਕਰ ਕਰਦੇ ਹਾਂ ਤਾਂ ਉਹ ਠੀਕ ਗੱਲ ਨਹੀਂ। ਸਵਾਲ ਸਿਰਫ ਇਹ ਆ ਕਿ ਸਾਡੀ ਜਿਹੜੀ ਕੀਰਤਨੀਆਂ ਦੀ ਜ਼ਿੰਮੇਵਾਰੀ ਆ, ਉਹ ਸਾਨੂੰ ਪਤਾ ਹੈ ਕਿ ਸਾਡੀ ਕੀਰਤਨੀਏ ਦੇ ਤੌਰ ਤੇ ਕੀ ਜ਼ਿੰਮੇਵਾਰੀ ਹੈ। ਜਿਹੜੀ ਜ਼ਿੰਮੇਵਾਰੀ ਸਿੰਘ ਸਾਹਿਬਾਨ ਦੀ ਆ, ਜਿਹੜੀ ਉਹਨਾਂ ਨੂੰ ਨਿਭਾਉਣੀ ਚਾਹੀਦੀ, ਜਿਸ ਪਾਸੇ ਵੱਲ ਜ਼ੋਰ ਦੇਣਾ ਚਾਹੀਦਾ ਵਾ ਉਸ ਪਾਸੇ ਵੱਲ ਜ਼ੋਰ ਨਹੀਂ ਆ, ਤੇ ਸਾਡੇ ਵੱਲ ਉਹਨਾਂ ਦਾ ਮਤਲਬ ਕਿ ਜਿਹੜਾ ਸਾਰਾ ਜ਼ੋਰ ਹੈ। ਕਾਫੀ ਸਾਰੀਆਂ ਗੱਲਾਂ ਨੇ, ਕਾਫੀ ਸਾਰੇ ਮਸਲੇ ਵੀ ਨੇ ਐਵੇਂ ਦੇ ਜਿਨ੍ਹਾਂ 'ਤੇ ਸਿੰਘ ਸਾਹਿਬਾਨ ਦਾ, ਇਕੱਲੇ ਸਿੰਘ ਸਾਹਿਬਾਨ ਦੀ ਮੈਂ ਗੱਲ ਨਹੀਂ ਕਰਦਾ, ਸਿੱਖ ਪੰਥ ਦੇ ਜਿਹੜੇ ਸਰਪ੍ਰਸਤ ਨੇ ਇਸ ਵੇਲੇ ਉਹਨਾਂ ਦਾ ਧਿਆਨ ਹੋਣਾ ਚਾਹੀਦਾ। ਜਿਹੜੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ। ਰਾਗੀ ਸਿੰਘਾਂ ਦੇ ਜਿੰਨੇ ਵੀ ਦਰਬਾਰ ਸਾਹਿਬ, ਮੈਂ ਪਹਿਲਾਂ ਇੱਕ ਬੇਨਤੀ ਕਰਾਂ ਸਾਰਿਆਂ ਦੇ ਚਰਨਾਂ 'ਚ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਕੋਈ ਸਿਆਣਾ ਰਾਗੀ ਨਹੀਂ ਹੈ ਤੇ ਕੋਈ ਮਾੜਾ ਰਾਗੀ ਨਹੀਂ ਹੈ। ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਰੱਖਿਆ, ਉਹਨੂੰ ਭਾਵੇਂ ਰਾਗ ਆਉਂਦਾ ਭਾਵੇਂ ਰਾਗ ਨਹੀਂ ਆਉਂਦਾ, ਉਹਨੂੰ ਕੋਲ ਬਿਠਾ ਕੇ ਇਹਨਾਂ ਨੇ ਕੀਰਤਨ ਕਰਾਉਣਾ। ਇਹਦਾ ਮਤਲਬ ਇਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਉਹ ਪਿਆਰਾ ਲੱਗਦਾ ਤਾਂ ਉਹਨੂੰ ਕੋਲ ਬਿਠਾਇਆ। ਚਾਰ ਕਿਸੇ ਨੂੰ ਰਾਗ ਆਉਂਦੇ ਤਾਂ ਮਤ ਕੋਈ ਇਹ ਸਮਝੋ ਕਿ ਮੈਂ ਸਿਆਣਾ ਜਾਂ ਮੈਨੂੰ ਰਾਗ ਵਿਦਿਆ ਹੁੰਦੀ ਹੈ ਤੇ ਮੈਂ ਰਾਗ ਵਿਦਿਆ ਕਰਕੇ ਉੱਥੇ ਆ। ਰਾਗ ਵਿਦਿਆ ਦੇ ਬੜੇ ਬੜੇ ਧਨੰਤਰ ਵੀ ਜਿਹੜੇ ਆ ਨਾ, ਉਹ ਪ੍ਰਾਈਵੇਟ ਤੌਰ 'ਤੇ ਕੀਰਤਨ ਕਰਦੇ ਆ। ਤੁਹਾਨੂੰ ਪਤਾ ਹੀ ਆ, ਅਸੀਂ ਕਈ ਉਸਤਾਦ ਐਵੇਂ ਦੇ ਨੇ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਜਿਹੜੀ ਆ ਨਾ ਇੱਕ ਕਮਰੇ ਦੇ ਵਿੱਚ ਰਹਿ ਕੇ ਗੁਜ਼ਾਰਾ ਕੀਤੀ ਆ, ਪਰ ਉਹਨਾਂ ਨੂੰ ਉਹ ਦਰ ਨਸੀਬ ਨਹੀਂ ਹੋਇਆ। ਉੱਥੇ ਸਿਆਣਪ ਦਾ ਘਰ ਨਹੀਂ ਆ, ਉਹ ਦਰ, ਉਹ ਘਰ ਜਿਹੜਾ ਹੈ ਉਹ ਗੁਰੂ ਦੀ ਬਖਸ਼ਿਸ਼ ਦਾ ਘਰ ਆ। ਤੇ ਜਿਹੜਾ ਗੁਰੂ ਨੂੰ ਚੰਗਾ ਲੱਗਾ ਉਹਨੇ ਉਹਨੂੰ ਕੋਲ ਬਿਠਾ ਕੇ ਉਹ ਬਖਸ਼ਿਸ਼ ਜਿਹੜੀ ਹੈ ਨਾ ਉਹ ਵੰਡ ਕੇ ਦਿੱਤੀ ਹੈ। ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਸੀਂ ਚੰਗੇ ਲੱਗਦੇ ਹਾਂ ਤਾਂ ਸਾਡੇ ਕੋਲੋਂ ਕੀਰਤਨ ਕਰਾਉਂਦੇ ਆ। ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਸੀਂ ਚੰਗੇ ਨਹੀਂ ਲੱਗਦੇ ਤਾਂ ਸਾਡੇ ਕੋਲੋਂ ਕੀਰਤਨ ਨਹੀਂ ਕਰਾਉਂਦੇ। ਤੇ ਮੈਂ ਇੰਨੀ ਬੇਨਤੀ ਕਰਦਾ ਹਾਂ, ਬੜੀ ਵਧੀਆ ਗੱਲ ਹੈ ਕਿ ਅਸੀਂ ਸਾਰੇ ਇਕੱਠੇ ਹੋਏ ਹਾਂ। ਤੇ ਜਿਹੜਾ ਇਹ ਮੁੱਦਾ ਵਾ ਸਿੰਘ ਸਾਹਿਬ ਜੀ ਵਾਲਾ, ਜੋ ਭਾਈ ਸਾਹਿਬ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ। ਹੋਣਾ ਚਾਹੀਦਾ ਇਹ ਹੈ ਕਿ ਸਾਰੇ ਰਾਗੀ ਸਿੰਘਾਂ ਨੂੰ ਜੇ ਕੋਈ ਘਾਟ ਹੈ ਕਿਸੇ ਚੀਜ਼ ਦੇ ਵਿੱਚ, ਤੇ ਉਹ ਮੀਟਿੰਗ ਇਸ ਵਾਸਤੇ ਹੋਣੀ ਚਾਹੀਦੀ ਆ ਕਿ ਗੁਰਮਤਿ ਸੰਗੀਤ ਦੇ ਉੱਪਰ ਕਿਹੜਾ ਰਾਗੀ ਸਿੰਘ ਕਿਸ ਤਰੀਕੇ ਨਾਲ ਆਪਣਾ ਜਿਹੜਾ ਯੋਗਦਾਨ ਹੈ ਉਹ ਪਾ ਸਕਦਾ। ਜੇ ਕਿਸੇ ਨੂੰ ਰਾਗ ਘੱਟ ਆਉਂਦੇ ਆ ਤਾਂ ਅਸੀਂ ਉਹਨੂੰ ਅੱਗੇ ਕਿਵੇਂ ਚੁੱਕ ਸਕਦੇ ਹਾਂ, ਉਹਨੂੰ ਕਿਵੇਂ ਸਿਖਾ ਸਕਦੇ ਹਾਂ। ਮੈਂ ਇਕੱਲੇ ਸਿੰਘ ਸਾਹਿਬ ਦੀ ਗੱਲ ਨਹੀਂ ਕਰਦਾ, ਕਿਉਂਕਿ ਕਈ ਵਾਰੀ ਹੁੰਦਾ, ਮੈਂ ਹੁਣ ਇੰਨਾ ਸਿਆਣਾ ਨਹੀਂ, ਮੇਰੇ ਜਿਹੜੇ ਸਲਾਹਕਾਰ ਹੋਣਗੇ ਨਾ ਨੇੜੇ ਵਾਲੇ, ਉਹ ਜਿਵੇਂ ਮੈਨੂੰ ਸਲਾਹ ਦੇਣਗੇ ਕਿ ਇਸ ਤਰ੍ਹਾਂ ਜੀ, ਤੇ ਮੈਂ ਉਸੇ ਤਰ੍ਹਾਂ ਕਹੂੰਗਾ ਕਿ ਹਾਂ ਇਸੇ ਤਰ੍ਹਾਂ ਠੀਕ ਹੈ। ਜੇ ਮੈਨੂੰ ਮੇਰੇ ਸਲਾਹਕਾਰ ਕਹਿਣਗੇ ਕਿ ਤੁਖਾਰੀ ਸਵੇਰੇ ਪੜ੍ਹੀਦਾ, ਤਾਂ ਮੈਂ ਅੱਗੇ ਸਾਰਿਆਂ ਨੂੰ ਕਹਿ ਦੇਵਾਂਗਾ ਕਿ ਤੁਖਾਰੀ ਜਿਹੜਾ ਉਹ ਸਵੇਰੇ ਪੜ੍ਹੀਦਾ। ਸਭ ਤੋਂ ਜ਼ਿਆਦਾ ਜਿਹੜੀ ਖਰਾਬੀ ਕਰਦੇ ਨੇ ਉਹ ਕਰਦੇ ਨੇ ਜਿਹੜੇ ਨੇੜੇ ਤੇੜੇ ਸਲਾਹਕਾਰ ਹੁੰਦੇ। ਚਾਹੀਦਾ ਜਿਸ ਪਾਸੇ ਵੱਲ ਧਿਆਨ ਚਾਹੀਦਾ ਉਹ ਇਸ ਪਾਸੇ ਵੱਲ ਚਾਹੀਦਾ ਕਿ ਗੁਰਮਤਿ ਸੰਗੀਤ ਦਾ, ਸਾਡੇ ਰਾਗੀ ਸਿੰਘਾਂ ਦੇ ਕੀਰਤਨ ਦੇ ਮਿਆਰ ਦਾ, ਦਰਬਾਰ ਸਾਹਿਬ ਦੇ ਕੀਰਤਨ ਦੇ ਪੱਧਰ ਦਾ, ਇਹ ਕਿਵੇਂ ਉੱਪਰ ਚੁੱਕਿਆ ਜਾਵੇ,
ਇਹ ਐਵੇਂ ਨਿੱਕੀਆਂ ਨਿੱਕੀਆਂ ਟੋਕਾ ਟਾਕੀਆਂ ਕਰਕੇ ਇਸ ਤਰ੍ਹਾਂ ਨਹੀਂ ਚੁੱਕਿਆ ਜਾ ਸਕਦਾ। ਚੁੱਕਿਆ ਜਾ ਸਕਦਾ ਹੈ ਇਹਨਾਂ ਨੂੰ ਸਾਰਥਕ ਤੌਰ ਤੇ ਦੱਸ ਕੇ, ਜੇ ਕਿਸੇ ਨੂੰ ਕਮੀ ਆ ਉਹਨੂੰ ਦੱਸ ਕੇ ਉਹਨੂੰ ਬੈਠ ਕੇ ਮੀਟਿੰਗ। ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਆ ਕਿ ਅੱਜ ਤੱਕ ਕੋਈ ਇੱਕ ਮੀਟਿੰਗ ਦੱਸ ਦਿਓ ਜਿਹੜੀ ਗੁਰਮਤਿ ਸੰਗੀਤ ਤੇ ਆਧਾਰਿਤ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਦੀ ਕੀਤੀ ਹੋਵੇ, ਕਿਸੇ ਨੇ। ਮੈਂ ਤੁਹਾਡੇ ਸਾਰੇ ਵੀਰਾਂ ਦਾ ਜਿੱਥੇ ਹੈ ਨਾ ਇਹਨਾਂ ਦਾ ਧੰਨਵਾਦ ਕਰਦਾ, ਕਿਉਂਕਿ ਬੜਾ ਵਧੀਆ ਸ਼ਲਾਘਾਯੋਗ ਕੰਮ ਹੈ। ਉੱਥੇ ਸਾਰਿਆਂ ਦਾ ਇਸ ਪਾਸੇ ਧਿਆਨ ਜ਼ਰੂਰ ਦਿਵਾਉਣਾ ਕਿ ਇੱਕ ਗੱਲ ਜ਼ਰੂਰ ਆਪਣੇ ਸਾਰੇ ਧਿਆਨ 'ਚ ਸਮਝ ਕਰਕੇ ਰੱਖੋ। ਕੋਈ ਵੀ ਰਾਗੀ ਸਿੰਘ ਜਿਹੜਾ ਵਾ, ਭਾਵੇਂ ਉਸਨੂੰ ਰਾਗ ਵਿਦਿਆ ਆਉਂਦੀ ਹੈ, ਭਾਵੇਂ ਰਾਗ ਵਿਦਿਆ ਨਹੀਂ ਆਉਂਦੀ, ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ 'ਤੇ ਕੀਰਤਨ ਕਰਦੇ ਨੇ ਉਹ ਸਾਰੇ ਉਹਦੇ ਪਿਆਰੇ ਨੇ, ਸਾਰੇ ਪਿਆਰੇ ਨੇ। ਪਰ ਅਸੀਂ ਸਾਰੇ ਗੁਰਮਤਿ ਸੰਗੀਤ ਵਾਸਤੇ ਜੋ ਮਤਲਬ ਕਿ ਜੋ ਕੁਝ ਵੀ ਵੱਧ ਤੋਂ ਵੱਧ ਸੇਵਾ ਕਰ ਸਕਦੇ ਹਾਂ, ਕਿਉਂਕਿ ਅਸੀਂ ਸਿਰਫ ਗੁਰੂ ਰਾਮਦਾਸ ਸਿਰਫ ਸਿੰਘ ਸਾਹਿਬ ਦੀ ਜਾਂ ਸ਼੍ਰੋਮਣੀ ਕਮੇਟੀ ਦੀ ਨੌਕਰੀ ਨਹੀਂ ਕਰਦੇ। ਅਸਲ ਵਿੱਚ ਜਿਹੜੀ ਨੌਕਰੀ ਆ ਉਹ ਅਸੀਂ ਕਰਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਜਿਨ੍ਹਾਂ ਦੇ ਦਰ 'ਤੇ ਅਸੀਂ ਬੈਠ ਕੇ ਉਹਨਾਂ ਦੇ ਦਰ ਤੋਂ ਅਸੀਂ ਰੋਟੀ ਖਾਂਦੇ ਹਾਂ, ਅਤੇ ਉਹਨਾਂ ਦਾ ਹੀ ਧਿਆਨ ਕਰਕੇ ਕੀਰਤਨ ਕਰੋ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਬੇਅੰਤ ਬੇਅੰਤ ਬਖਸ਼ਿਸ਼ਾਂ ਕਰਨ। ਵਾਧੇ ਘਾਟੇ ਦੀ ਮਾਫੀ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਭਾਈ ਸਾਹਿਬ ਜੀ ਨੇ ਦੱਸਿਆ ਰਾਗਾਂ ਬਾਰੇ। ਮੈਂ ਪੁੱਛਣਾ ਚਾਹੁੰਦਾ ਔਰ ਜਵਾਬ ਮੰਗਦਾ ਸਿਸਟਮ ਪਾਸੋਂ, ਹੈੱਡ ਗ੍ਰੰਥੀਆਂ ਪਾਸੋਂ, ਕਿ ਇਹਨਾਂ ਨੂੰ ਤੇ ਆਪਾਂ ਕਹਿ ਦੇਣਾ ਇਹਨਾਂ ਨੂੰ ਰਾਗ ਨਹੀਂ ਆਉਂਦਾ, ਪਰ ਜਿਨ੍ਹਾਂ ਨੂੰ ਆਪਾਂ ਚਿੱਠੀ ਦੇ ਕੇ ਡਿਊਟੀ ਬਾਹਰੋਂ ਆਏ ਨੂੰ ਇੱਕਦਮ ਬਹਾ ਦਿੰਦੇ ਕਿ ਉਹਨਾਂ ਦਾ ਰਾਗ ਟੈਸਟ ਲਿਆ ਜਾਂਦਾ। ਜਿਹੜਾ ਕੋਈ ਬੰਦਾ ਅਮਰੀਕਾ ਤੋਂ ਆਉਂਦਾ ਹੈ, ਕੋਈ ਜੰਮੂ ਆਉਂਦਾ, ਕੋਈ ਕਿਤੇ ਆਉਂਦਾ ਹੈ, ਉਹਨੂੰ ਇੱਕਦਮ ਇਮੀਡੀਏਟਲੀ ਡਿਊਟੀ ਦਿੱਤੀ ਜਾਂਦੀ ਹੈ, ਉਦੋਂ ਜ਼ਿੰਮੇਵਾਰ ਕੌਣ ਹੈ? ਆਓ ਇੱਧਰ। ਮੈਂ ਇੱਥੇ ਆਪ ਜੀ ਦੇ ਧਿਆਨ ਦੇ ਵਿੱਚ ਗੱਲ ਲਿਆਉਣੀ ਚਾਹੁੰਦਾ ਵਾਂ ਵੀ ਭਾਈ ਜਬਰਤੋੜ ਸਿੰਘ ਉਹਨਾਂ ਨੇ ਦੱਸਿਆ ਜਿਹੜਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਪੜ੍ਹਨ ਦੇ ਜਿਹੜਾ ਸ਼ਬਦ ਪੜ੍ਹਨ 'ਤੇ ਇਹਨਾਂ ਨੂੰ ਰੋਕਿਆ ਗਿਆ ਆ, ਉਹੋ ਹੀ ਸ਼ਬਦ ਥੋੜ੍ਹੇ ਦਿਨ ਬਾਅਦ ਅਰਵਿੰਦਰ ਸਿੰਘ ਨੂਰ ਹੁੰਦਾ ਵਾ, ਸੋਧਰ ਦੀ ਡਿਊਟੀ ਕਰਦਾ ਵਾ, ਅਤੇ ਸਿੰਘ ਸਾਹਿਬ ਜਗਤਾਰ ਸਿੰਘ ਹੁਣੀ ਉੱਥੇ ਬੈਠੇ ਸੀ। ਮੈਂ ਆਪ ਵੇਖਿਆ ਵਾ, ਹੋਰ ਕਿਸੇ ਵੇਲੇ ਆਪਾਂ ਟੀਵੀ ਲਾ ਕੇ ਬੈਠੇ ਹੁੰਦੇ ਹਾਂ, ਵੇਖਦੇ ਹੁੰਦੇ ਹਾਂ, ਮੈਂ ਆਪ ਵੇਖਿਆ ਵਾ। ਉਹ ਸ਼ਬਦ ਉਹਨੇ ਪੜ੍ਹਿਆ ਵਾ ਅਤੇ ਸਿੰਘ ਸਾਹਿਬ ਨੇ ਚੱਲਦਾ ਸ਼ਬਦ ਉਹਦਾ ਬੰਦ ਕਰਾਇਆ, ਅਤੇ ਬਾਅਦ ਵਿੱਚ ਵੀ ਉਹ ਡਿਊਟੀਆਂ ਕਰਕੇ ਜਾਂਦਾ। ਕੋਰੋਨਾ ਵਾਇਰਸ ਦੇ ਚੱਲਦਿਆਂ ਜਦੋਂ ਇਹਨਾਂ ਨੇ ਸੋਧਰ ਦੀ ਡਿਊਟੀ ਭਾਈ ਸੁਖਜੀਤ ਸਿੰਘ ਕਟਾਈ ਆ, ਵੇਖੋ ਉਹਨੂੰ ਫੋਨ ਕਰਕੇ ਕਹਿੰਦੇ ਆ ਵੀ ਤੂੰ ਇਹਨੂੰ ਡਿਊਟੀ ਕਰਨ ਦੇਣੀ ਕਿ ਨਹੀਂ ਕਰਨ ਦੇਣੀ, ਤੇਰਾ ਹਾਲ ਵੇਖੀ ਮੈਂ ਕੀ ਕਰਦਾ। ਕਿੰਨਾ ਜ਼ਿਆਦਾ ਉਹਨੂੰ ਡਿਮੋਰਲਾਈਜ਼ ਕੀਤਾ ਗਿਆ। ਵੇਖੋ ਇੱਕ ਬੰਨੇ ਮੈਨੇਜਰ ਬੈਠਾ ਵਾ, ਮੈਨੇਜਰ ਉਹਨੂੰ ਕਹਿ ਰਿਹਾ ਵੀ ਤੂੰ ਡਿਊਟੀ ਕਰ, ਪਰ ਦੂਸਰੇ ਬੰਨੇ ਇਹਨਾਂ ਦਾ ਕੀ ਨਾਦਰਸ਼ਾਹੀ ਹੁਕਮ ਕਹਿ ਦਿਓ, ਇਹਨਾਂ ਦੀ ਗੁੰਡਾਗਰਦੀ ਕਹਿ ਦਿਓ, ਇਹਨਾਂ ਨੇ ਉਹਨੂੰ ਡਿਊਟੀ ਨਹੀਂ ਕਰਨ ਦਿੱਤੀ। ਇਹਦੇ ਵਾਸਤੇ ਆਪਾਂ ਸਾਰੇ ਹੀ ਜ਼ਿੰਮੇਵਾਰ ਬਣਦੇ ਹਾਂ, ਆਪਾਂ ਉਹਦਾ ਸਾਥ ਦੇਣਾ ਚਾਹੀਦਾ। ਚਲੋ ਚਲੋ ਬਈ ਜਿਹਦਾ ਸਾਥ ਦਿੱਤਾ ਹੈ ਨਾ ਆਪਾਂ, ਅੱਜ ਉਹੀ ਨਹੀਂ ਹੈਗਾ ਇੱਥੇ। ਇਹਦੇ ਬਾਰੇ ਵੀ ਤੁਸੀਂ ਧਿਆਨ ਰੱਖਿਓ, ਕਿਉਂਕਿ ਸਾਨੂੰ ਵੀ ਬੜਾ ਦਰਦ ਹੁੰਦਾ ਹੈ ਵੀ ਆਪਾਂ ਸਿਰਫ ਲੜਨ ਵਾਸਤੇ ਅੱਗੇ ਆਏ ਹਾਂ ਕਿ ਕੋਈ ਹੋਰ ਵੀ ਕੰਮ ਆਪਾਂ ਕਰਨਾ, ਕਿ ਸਿਰਫ ਸਾਨੂੰ ਲੜਨ ਵਾਸਤੇ ਯੂਜ਼ ਕੀਤਾ ਜਾਂਦਾ। ਇਸ ਵਾਸਤੇ ਮੈਂ ਗੱਲਾਂ ਥੋੜੇ ਵਿਸਤਾਰ ਨਾਲ ਕਰਨੀਆਂ, ਤਾਂ ਮੈਂ ਖੁੱਲ੍ਹ ਕੇ ਨਹੀਂ ਕਰ ਰਿਹਾ। ਭਾਈ ਸਾਹਿਬ ਜਦੋਂ ਮੈਨੂੰ ਆਵਾਜ਼ ਦੇਣਗੇ। ਪ੍ਰਧਾਨ ਜੀ ਦਾ ਕੰਮ ਹੁੰਦਾ ਸਭ ਤੋਂ ਲਾਸਟ ਤੇ ਮੋਹਰ ਲਾਉਣੀ, ਇਸ ਕਰਕੇ ਮੈਂ ਉਹਨਾਂ ਦਾ ਨਾਮ ਅਨਾਉਂਸ ਨਹੀਂ ਕਰ ਰਿਹਾ। 1 ਮਿੰਟ ਜੀ, ਮੈਂ ਮਾਫੀ ਚਾਹੁੰਦਾ। ਕੋਈ ਬੰਦਾ ਇਹ ਮਹਿਸੂਸ ਨਾ ਕਰੇ ਕਿ ਮੇਰਾ ਤਾਂ ਨਾਮ ਨਹੀਂ ਲਿਆ। ਅਸੀਂ ਹੁਣ ਫਿਰ ਵੀ 2-2 ਮਿੰਟ ਸਾਰਿਆਂ ਨੂੰ ਕੋਸ਼ਿਸ਼ ਕਰ ਰਹੇ ਹਾਂ ਦੇਣੇ ਆ, ਤੇ ਉਂਗਲੀ ਜ਼ਰੂਰ ਖੜੀ ਕਰਿਓ ਜਿਹਦੇ ਮਨ ਵਿੱਚ ਕੋਈ ਵੀ ਗੱਲ ਹੋਵੇ ਕਿ ਮੈਂ ਕਰਨੀ ਚਾਹੁੰਦਾ ਸੀ। ਪਰ ਹੁਣ ਮੈਂ ਭਾਈ ਵੀਰ ਜੀ ਨੂੰ ਕਹਾਂਗਾ ਆ ਕੇ ਆਪ ਜੀ, ਭਾਈ ਕੁਲਦੀਪ ਸਿੰਘ ਜੀ ਉਹ ਸਨਮੁਖ ਹੋਣਗੇ। ਸੋ ਇਸ ਤੋਂ ਬਾਅਦ 'ਚ ਭਾਈ ਕਰਨੈਲ ਸਿੰਘ ਤੇ ਸੰਦੀਪ ਸਿੰਘ ਤਿਆਰ ਰਹਿਣ ਜੀ। ਅਸੀਂ ਆਉਂਦੇ ਹਾਂ ਤੇ ਬੜਾ ਮਨ ਵਿੱਚ ਚਾਓ ਉਮਾ। ਦਾਸ ਵੀ ਤਕਰੀਬਨ 2 ਪੋਹ ਦਿਨ ਵੀਰਵਾਰ 1987 ਦਾ ਕੀਰਤਨ ਕਰਦਾ। ਵੱਖਰੀ ਵੱਖਰੀ ਜਗ੍ਹਾ ਤੇ ਸੇਵਾ ਕਰਦੇ। ਅਨੰਦਪੁਰ ਸਾਹਿਬ ਵੀ 6 ਸਾਲ, ਦਫ਼ਤਰ ਦੀ ਕੁੱਤੇ ਖਾਣੀ ਨਾਲ ਹੀ ਰਹੀ। ਕੋਈ ਕਮਰਾ ਨਹੀਂ, ਕੋਈ ਰਹਿਣ ਲਈ ਜਗ੍ਹਾ ਨਹੀਂ। ਇੱਥੇ ਆਏ ਆ ਤਾਂ ਬੜਾ ਚਾਅ। ਪਹਿਲੀ ਡਿਊਟੀ
2 ਡਿਊਟੀਆਂ ਕਰਨ ਤੋਂ ਬਾਅਦ ਇੱਕ ਦਿਨ ਦੁਪਹਿਰ ਦੀ ਡਿਊਟੀ ਤਕਰੀਬਨ ਜਿਹੜੀ 11 ਤੋਂ 12 ਵਾਲੀ, ਉਹ ਡਿਊਟੀ ਆਈ। ਮੈਨੂੰ ਮਰਜ਼ਾਦਾ ਦਾ ਪਤਾ ਨਹੀਂ ਸੀ, ਥੋੜ੍ਹਾ ਜਿਹਾ ਮਤਲਬ ਪਤਾ ਤੇ ਸੀ। ਟਾਈਮ ਇਹ ਸੀ ਵੀ ਕਈ ਵਾਰੀ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ 3 ਮਿੰਟ ਰਹਿੰਦੇ ਆ ਸਮਾਪਤੀ ਕਰਨੀ ਆ। ਅਰਦਾਸ ਦੀ ਜਿਹੜੀ ਅਰਦਾਸ ਦੀ ਮੱਧ ਹੈ ਉਹ 12 ਵਜੇ ਦੇ ਵਿੱਚ ਆਉਣੀ ਚਾਹੀਦੀ ਹੈ, ਅਤੇ ਕਈ ਵਾਰੀ ਇਹ ਹੁੰਦਾ ਵੀ 12 ਵਜੇ ਸਮਾਪਤੀ ਕਰਨੀ ਹੈ ਅਤੇ ਅੱਗੇ ਉਸ ਤੋਂ ਬਾਅਦ ਅਰਦਾਸ ਹੋਣੀ ਹੈ। ਅਤੇ ਚਲੋ 12 ਵਜੇ ਸਮਾਪਤੀ ਕੀਤੀ, 1 ਜਾਂ 2 ਮਿੰਟ ਉੱਪਰ ਹੋਏ। ਅਰਦਾਸ ਤੋਂ ਬਾਅਦ ਸਿੰਘ ਸਾਹਿਬ ਜੀ ਕਹਿੰਦੇ ਵੀ ਅੱਗੇ ਤੋਂ ਨਾ ਇੱਕ ਰੱਸੀ ਲਿਆ ਕੇ ਰੱਖੋ, ਰਾਗੀਆਂ ਦੇ ਨਾ ਪੈਰ ਵਿੱਚ ਰੱਸੀ ਪਾ ਕੇ ਰੱਖਿਆ, ਅਤੇ ਟਾਈਮ 'ਤੇ ਖਿੱਚ ਦਿੱਤੀ। ਜੇ ਨਾ ਮੰਨੇ ਤਾਂ ਫਿਰ ਇੱਕ ਡਾਂਗ ਲਿਆ ਕੇ ਰੱਖੋ। ਹੁਣ ਮੈਂ ਤੇ ਸਾਨੂੰ ਤੇ ਇਹੀ ਸੀ ਵੀ ਮਹਾਰਾਜ ਜੋ ਗੁਰੂ ਰਾਮਦਾਸ ਹੀ ਬੋਲਦਾ, ਜੇ ਇਹਨਾਂ ਨੇ ਗੱਲ ਕਹੀ ਵੀ ਹੈ ਤੇ ਚਲੋ ਅਸੀਂ ਆ ਗਏ। ਇਹੀ ਘਟਨਾ ਮੇਰੇ ਨਾਲ ਹੋਈ ਹੈ। ਅਤੇ ਇੱਕ ਵਾਰ ਡਿਊਟੀ ਵੀ ਕੱਟੀ ਗਈ ਸੀ, ਉਹ ਕੋਈ ਸਿੰਘ ਜੀ ਦੇ ਨਾਲ ਸਿੰਘ ਸਾਹਿਬ ਜੀ ਦਾ ਤਕਰਾਰ ਸੀ, ਸਾਨੂੰ ਨਹੀਂ ਸੀ ਪਤਾ, ਉਹਨੂੰ ਅਸੀਂ ਸਹਾਇਕ ਲੈ ਗਏ, ਮੈਂ ਅਤੇ ਗੁਰਜੀਤ ਸਿੰਘ। ਅਤੇ 15 ਦਿਨ ਡਿਊਟੀ ਕੱਟੀ ਗਈ, ਅਤੇ ਨਾਲ ਇਹ ਕਿਹਾ ਗਿਆ ਕਿ ਇਹ ਆਨੰਦਪੁਰ ਸਾਹਿਬ ਨਹੀਂ। ਇਹਦਾ ਮਤਲਬ ਆਨੰਦਪੁਰ ਸਾਹਿਬ ਸਾਡੇ ਇੱਥੋਂ ਦੇ ਸਿੰਘ ਸਾਹਿਬ ਜੀ ਦੀ ਨਜ਼ਰ ਵਿੱਚ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ, ਵੀ ਇਹ ਆਨੰਦਪੁਰ ਸਾਹਿਬ ਨਹੀਂ। ਅਤੇ ਮਨਮਾਨੀਆਂ ਤਾਂ ਅਸੀਂ ਉੱਥੇ ਵੀ ਨਹੀਂ ਕੀਤੀਆਂ, ਅਤੇ ਮਨਮਾਨੀਆਂ ਇੱਥੇ ਵੀ ਨਹੀਂ ਕੀਤੀਆਂ। ਹਾਂਜੀ ਹਾਂਜੀ, ਦਾੜੀਆਂ ਵੀ ਚੈੱਕ ਹੁੰਦੀਆਂ। ਅਤੇ ਸੋ ਇਸ ਤਰ੍ਹਾਂ ਦੀ ਤਰਾਸਦੀ ਜਦੋਂ ਬਹੁਤ ਸਮਾਂ, ਲੰਬਾ ਸਮਾਂ ਸੰਗਤਾਂ ਵਿੱਚ ਰਹਿੰਦਿਆਂ ਵਿਚਰਦਿਆਂ, ਸੰਗਤਾਂ ਦਾ ਮਾਨ ਸਨਮਾਨ, ਉਹ ਮਾਨ ਸਨਮਾਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੁੰਦਾ ਹੈ। ਅਤੇ ਉਹ ਮਾਨ ਸਨਮਾਨ ਕਿਉਂਕਿ ਮਹਾਂਪੁਰਖ ਵੀ ਬਾਬਾ ਅਤਰ ਸਿੰਘ ਮਹਾਰਾਜ ਅੱਧਾ ਘੰਟਾ ਮੱਥਾ ਟੇਕਦੇ ਰਹਿੰਦੇ ਸੀ ਦਰਸ਼ਨੀ ਡਿਊਟੀ, ਅਤੇ ਉਹ ਕਹਿੰਦੇ ਵੀ ਤੁਸੀਂ ਮੱਥਾ ਟੇਕਦਿਆਂ ਖੂਨ ਕੱਢ ਲੈਂਦੇ ਹੋ ਆਪਣੇ ਮੱਥੇ ਵਿੱਚੋਂ, ਅਤੇ ਇਹ ਕਿ ਉਹ ਕਹਿੰਦੇ ਵੀ ਮੈਨੂੰ ਜਿੰਨੇ ਮੱਥੇ ਟੇਕਦੇ ਨੇ ਮੈਂ ਗੁਰੂ ਰਾਮਦਾਸ ਨੂੰ ਟੇਕ ਦਿੰਦਾ, ਵੀ ਇਹ ਮੱਥੇ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਨੇ, ਤੇਰੇ ਨਾਮ ਤਰੀਕ ਹੋਣ ਕਰਕੇ ਸਾਨੂੰ ਟਿਕਦੇ ਨੇ। ਅਤੇ ਸਾਡੀ ਵੀ ਹਾਲਤ ਇਹੀ ਹੈ। ਸੱਚ ਜਾਣਿਓ, ਉੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹਰ ਡਿਊਟੀ 'ਤੇ ਜਾਣ ਤੋਂ ਪਹਿਲਾਂ ਅਰਦਾਸ ਕਰਕੇ ਸਤਿਗੁਰੂ ਤੁਹਾਡੀ ਸੇਵਾ, ਤੁਹਾਡਾ ਕੀਰਤਨ ਤੁਸੀਂ ਆਪ ਕਰਾਇਓ, ਸਾਡੇ ਕੋਲ ਕੁਛ ਨਹੀਂ ਅਤੇ ਹੈ ਵੀ ਨਹੀਂ। ਅਤੇ ਪਰ ਇਹ ਪਤਾ ਨਹੀਂ ਕੀ ਤਰਾਸਦੀ ਹੈ, ਦਫ਼ਤਰ ਦੀ ਵੀ ਮੈਂ ਤਾਂ ਕਹਾਂਗਾ ਤਰਾਸਦੀ ਹੈ। ਇੱਕ ਮੇਰੇ ਨਾਲ ਹੋਰ ਵੀ ਵਾਕਿਆ ਹੋਇਆ, ਉਹ ਸ਼ਾਇਦ ਇਹਦੇ ਨਾਲ ਸੰਬੰਧਿਤ ਤੇ ਨਹੀਂ, ਪਰ ਕਿਉਂਕਿ ਮੇਰੀ 3 ਪਹਿਰੇ ਦੀ ਡਿਊਟੀ ਸੀ, ਅਤੇ ਮੇਰੇ ਉੱਪਰ ਦੇ ਕੁਆਟਰ ਵਾਲਾ ਉਹ ਦਾਰੂ ਦੂਰੂ ਪੀਂਦੇ ਸੀ, ਉਹਨਾਂ ਦੇ ਜਵਾਈ ਸੀ, 2 ਹਿੰਦੂ ਘਰਾਂ 'ਚ ਕੁੜੀਆਂ ਵਿਆਹੀਆਂ। ਅਤੇ ਮੈਂ ਉਹਨਾਂ ਨੂੰ ਕਹਿਣ ਗਿਆ ਵੀ 11:15 ਜਾਂ 11:20 ਹੋਏ ਸੀ, ਵੀ 1 ਘੰਟਾ ਆਰਾਮ ਕਰ ਲਈਏ। ਅਤੇ ਮੈਂ ਡਿਊਟੀ ਜਾਣਾ ਇਸ਼ਨਾਨ ਪਾਣੀ ਕਰਕੇ, ਅਤੇ ਉਹਨਾਂ ਨੇ ਇਹ ਕਹਿਣ ਦੀ ਬਜਾਏ ਵੀ ਚਲੋ ਅਸੀਂ ਸੌਂ ਜਾਂਦੇ ਹਾਂ, ਤੁਸੀਂ ਡਿਊਟੀ ਜਾਣਾ, ਅਤੇ ਉਹ ਕਹਿੰਦੇ ਵੀ ਅਸੀਂ ਤੈਨੂੰ ਦੇਖਦੇ ਹਾਂ ਤੂੰ ਕਿਵੇਂ ਡਿਊਟੀ ਕਰਦਾ, 3 ਪਹਿਰਾ ਕਿਵੇਂ ਜਾਣਾ। ਕੁੜੀ ਨੇ ਕੋਠੇ 'ਤੇ ਸਾਹਮਣੇ ਖੜ੍ਹ ਕੇ ਗਾਲਾਂ ਕੱਢੀਆਂ, ਮੇਰਾ ਪਰਿਵਾਰ ਵੀ ਬਾਹਰ ਖੜ੍ਹਾ, 2 ਸੱਜਣ ਮੈਂ ਉਹਨਾਂ ਨੂੰ ਫੋਨ ਕਰਕੇ ਵੀ ਬੁਲਾਇਆ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਬਗੀਚਾ ਸਿੰਘ ਲਾਇਬ੍ਰੇਰੀਅਨ, ਉਹਨਾਂ ਦੇ ਸਾਹਮਣੇ ਉਹਨਾਂ ਨੇ ਉਹ ਸਾਰਾ ਕੁਛ ਕੀਤਾ। ਕੰਪਲੇਂਟ ਵੀ ਹੋਈ, ਉਹਨਾਂ ਦੀ ਇਨਕੁਆਇਰੀ ਵੀ ਹੋਈ, ਕੱਖ ਨਹੀਂ ਹੋਇਆ। ਈਵਨ ਇੱਕ ਸੂਰਮਾ ਸਿੰਘ ਅਮਰੀਕਾ ਤੋਂ ਮੈਨੂੰ ਫੋਨ ਕਰਕੇ ਧਮਕੀ ਦੇ ਰਿਹਾ, ਬਾਬਾ ਸੱਜਣ ਸਿੰਘ ਵੀ ਤੂੰ ਮੇਰੀ ਤਾਕਤ ਨੂੰ ਨਹੀਂ ਜਾਣਦਾ। ਉਹ ਰਾਗੀ ਸਿੰਘ ਹੈ। ਅਤੇ ਮੈਂ ਕਿਹਾ ਮਹਾਰਾਜ ਜੀ, ਜੇ ਤਾਕਤ ਤੁਹਾਡੀ ਇੰਨੀ ਹੈ ਤਾਂ ਤਾਕਤ ਵਰਤੋ। ਜੇ ਬੰਦੇ ਕੋਲ ਤਾਕਤ ਹੁੰਦਿਆਂ ਤੁਹਾਡਾ ਹੁਣ 80-82 ਸਾਲ ਦੇ ਤੁਸੀਂ ਹੋ ਗਏ ਹੋ, ਤਾਕਤ ਆਈ ਨਾਲ ਲੈ ਗਏ, ਅਤੇ ਉੱਥੇ ਜਾ ਕੇ ਕੀ ਮੂੰਹ ਦਿਖਾਓਗੇ ਵੀ ਤਾਕਤ। ਗੁਰੂ ਨੇ ਪੁੱਛਣਾ ਵੀ ਤੈਨੂੰ ਤਾਕਤ ਵਰਤੀ ਨਹੀਂ ਯਾਰ ਕਿਤੇ। ਅਤੇ ਇਸ ਤਰ੍ਹਾਂ ਦੀਆਂ ਮਾਯੂਸੀਆਂ ਵੀ ਨਾਲ ਨੇ। ਅਤੇ ਸਤਿਗੁਰੂ ਮਿਹਰ ਕਰਨ, ਜੋ ਏਕਾ ਇਹਦੇ ਨਾਲ ਕੋਈ ਦਫ਼ਤਰ ਨੂੰ ਹਲੂਣਾ ਮਿਲੇ, ਸਿੰਘ ਸਾਹਿਬ ਜੀ ਨੂੰ ਵੀ ਹਲੂਣਾ ਮਿਲੇ, ਇਹ ਸਾਡੀ ਸਭ ਦੀ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਗੁਰੂ ਕੇ ਸਾਰੇ ਹੀ ਸਤਿਕਾਰਯੋਗ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਦੇ ਘਰ ਦੇ ਸਾਰੇ ਹੀ ਕੀਰਤਨੀਆਂ ਨੂੰ ਦਾਸ ਦੀ ਫਤਿਹ ਅਰਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਵੀਰਾਂ ਨੇ ਆਪੋ ਆਪਣੇ ਵਿਚਾਰ ਔਰ ਜੋ ਆਪਣੇ ਦਿਲਾਂ ਦੇ ਦੁੱਖ ਉਹ ਸਾਰੇ ਸਾਂਝੇ ਕੀਤੇ ਆਪਣੇ ਪਰਿਵਾਰ ਨਾਲ, ਕਿਉਂਕਿ ਇਹ ਰਾਗੀ ਸਭਾ ਨਹੀਂ, ਇਹ ਸਾਡਾ ਆਪਣਾ ਪਰਿਵਾਰ ਆ, ਔਰ ਪਰਿਵਾਰ ਵਿੱਚ ਹੀ ਬੰਦਾ ਦੁੱਖ ਸੁੱਖ ਸਾਂਝੇ ਕਰਦਾ ਹੈ। ਔਰ
ਬਹੁਤ ਹੀ ਦੁਖਦਾਈ ਘਟਨਾਵਾਂ ਜਿਨ੍ਹਾਂ ਦਾ ਕਿ ਅੱਜ ਤੱਕ ਸਾਨੂੰ ਪਤਾ ਹੀ ਨਹੀਂ ਸੀਗਾ। ਦਾਸ ਨੂੰ ਵੀ ਤਕਰੀਬਨ 10 ਸਾਲ ਹੋ ਚੱਲੇ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਨਿਭਾਉਂਦਿਆਂ। ਔਰ ਜਿਹੜੀਆਂ ਗੱਲਾਂ ਭਾਈ ਵਿਕਰਮਜੀਤ ਸਿੰਘ ਜੀ ਨੇ ਹੋਰ ਸਾਰੇ ਕੀਰਤਨੀਆਂ ਨੇ ਦੱਸਿਆ, ਕਈਆਂ ਗੱਲਾਂ ਦਾ ਪਤਾ ਹੀ ਨਹੀਂ। ਇਹਨਾਂ ਪਤਾ ਸੀ ਵੀ ਟੋਕ ਟਕਈਆ ਹੁੰਦਾ, ਪਰ ਅੱਜ ਗੱਲਾਂ ਸੁਣ ਕੇ ਬਹੁਤ ਮਨ ਨੂੰ ਦੁੱਖ ਹੋਇਆ, ਬਹੁਤ ਤਕਲੀਫ ਹੋਈ ਹੈ ਕਿ ਸਾਡੀ ਇੰਨੀ ਕੀ ਔਕਾਤ ਆ। ਔਰ ਭਾਈ ਸਾਹਿਬ ਨੇ ਜਿਵੇਂ ਕਿਹਾ, ਭਾਈ ਦਵਿੰਦਰ ਸਿੰਘ ਜੀ ਹੋਰਾਂ ਨੇ, ਕਿ ਸਾਡਾ ਬੇਟਾ ਕਹਿੰਦਾ ਵੀ ਪਾਪਾ ਇਹ ਕੀ ਆ, ਸਾਡੇ ਬੱਚਿਆਂ ਤੇ ਕੀ ਅਸਰ ਪੈ ਰਿਹਾ। ਮੈਂ ਇੱਕ ਵਾਰ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਸਵਰਗਵਾਸੀ, ਬਹੁਤ ਸਾਡੇ ਕੌਮ ਦੇ ਮਹਾਨ ਕੀਰਤਨੀਏ ਨਰਮੋਲ ਹੀਰੇ, ਉਹਨਾਂ ਦੇ ਘਰੇ ਇੱਕ ਵਾਰੀ ਮੈਂ ਬੈਠਾ ਸੀ ਤੇ ਦਾਸ ਉਹਨਾਂ ਨੂੰ ਸੁਣ ਕੇ ਕੀਰਤਨ ਕਰਨ ਲੱਗਾ। ਤਾਂ ਉਹਨਾਂ ਨੇ ਮੈਨੂੰ ਗੱਲ ਕਹੀ, ਪੁੱਤਰਾ ਆਪਣੇ ਬੱਚਿਆਂ ਨੂੰ ਕਹਿੰਦੇ ਵੱਧ ਤੋਂ ਵੱਧ ਪੜ੍ਹਾਈ, ਪਰ ਇਸ ਲੈਣ 'ਚ ਨਾ ਪਾਈ। ਤੇ ਮੈਂ ਕਿਹਾ ਕਿਉਂ ਭਾਈ ਸਾਹਿਬ ਜੀ? ਕਹਿੰਦੇ ਇੱਥੇ ਸੁੱਚਾ ਆਨੰਦ ਨੇ, ਜਿੰਨੇ ਨੇ ਨਾ ਇੱਥੇ ਜਿਹੜੇ ਉੱਪਰ ਅਹੁਦਿਆਂ 'ਤੇ ਬੈਠੇ, ਕਹਿੰਦਾ ਸੁੱਚਾ ਆਨੰਦ ਨੇ ਭਾਈ ਸਾਹਿਬ ਕਹਿੰਦੇ। ਤੇ ਕਹਿੰਦੇ ਵੀ ਮੈਂ ਆਪਣੇ ਬੱਚਿਆਂ ਨੂੰ ਕਹਿੰਦੇ ਇਸ ਲਾਈਨ 'ਚ ਨਹੀਂ ਪਾਇਆ। ਤਕਰੀਬਨ ਜਿਹੜੇ ਉਹਨਾਂ ਦੇ ਕਲੋਜ਼ ਨੇ ਸਾਰਿਆਂ ਨੂੰ ਪਤਾ ਕਿ ਭਾਈ ਸਾਹਿਬ ਦੇ ਬੱਚੇ ਕੀਰਤਨ ਉੱਦਾਂ ਸ਼ੌਂਕੀ ਆ, ਭਾਵੇਂ ਸਿੱਖਿਆ ਹੋਵੇ ਸਾਰੇ ਬੱਚਿਆਂ ਨੇ, ਬਟ ਉਹ ਪ੍ਰੋਫੈਸ਼ਨਲੀ ਤੌਰ ਤੇ ਭਾਈ ਸਾਹਿਬ ਨੇ ਇਸ ਲਾਈਨ ਦੇ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਪਾਇਆ। ਉਹਦਾ ਕਾਰਨ ਇਹੀ ਸੀਗਾ ਕਿਉਂਕਿ ਉਹਨਾਂ ਨੇ ਉਮਰ ਹੰਢਾਈ ਆ। ਉਹਨਾਂ ਨੇ ਵੀ ਆਪਣੇ ਸਮੇਂ ਦੇ ਹੈਡ ਗ੍ਰੰਥੀਆਂ ਸਾਹਿਬ ਦੇ ਜੋ ਵੀ ਉਹਨਾਂ ਦੇ ਜਾਤੀ ਬਾਤਕ ਸੂਜਕ ਜੋ ਵੀ ਉਹਨਾਂ ਦੇ ਸ਼ਬਦ ਵਰਤੇ ਜਾਂ ਉਹਨਾਂ ਦੇ ਨਾਲ ਮਿਸਬਿਹੇਵੀਅਰ ਕੀਤੇ ਗਏ, ਉਸ ਸਮੇਂ ਦੇ ਹੈਡ ਗ੍ਰੰਥੀ ਸਨ ਜੋ, ਤੇ ਉਹ ਉੱਦਾਂ ਦੇ ਮਿਸਬਿਹੇਵੀਅਰ ਹੁਣ ਹੋ ਰਹੇ ਆ ਕੀਰਤਨੀਆਂ ਸਿੰਘਾਂ ਦੇ ਨਾਲ। ਤਾਂ ਬਹੁਤ ਹੀ ਦੁੱਖ ਹੈ ਮਨ ਦੇ ਵਿੱਚ। ਦਾਸ ਦੇ ਨਾਲ ਵੀ 2 ਵਾਰੀ ਹੋਇਆ, ਜ਼ਿਆਦਾ ਤਾਂ ਨਹੀਂ ਹੋਇਆ, ਕਿ ਰਾਗ ਬਿਲਾਵਲ 9 ਵਜੇ ਦਾ ਟਾਈਮ, ਮੈਂ 9 ਵਜੇ ਪੜ੍ਹ ਰਿਹਾ ਸੀਗਾ, 9 ਤੋਂ 12 ਹੀ ਉਹਦਾ ਅਸਲੀ ਸਮਾਂ ਸ਼ਾਇਦ। ਤੇ ਮੈਨੂੰ ਚਲੋ ਥੋੜਾ ਧਿਆਨ ਨੇ, ਮੈਂ 9 ਵਜੇ ਪੜ੍ਹਿਆ ਤੇ ਬਿਲਾਵਲ ਰਾਗ ਤੇ ਮੈਨੂੰ ਰੋਕਿਆ ਗਿਆ ਜੀ ਟੋਡੀ ਰਾਗ ਸੁਣਾ ਦਿਓ। ਬਟ ਇਹ ਸੀ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਰਹੀ ਕਿ ਦਾਸ ਨੇ ਆਪਣੇ ਮਨ ਨਾਲ ਧਾਰਨ ਕੀਤਾ ਕਿ ਵਿੱਚੋਂ ਨਹੀਂ ਰੁਕਣਾ। ਤੇ ਉਸ ਸ਼ਬਦ ਨੂੰ ਮੈਂ ਭਾਵੇਂ ਜਿੱਦਾਂ ਮੈਂ 10 15 20 ਮਿੰਟ ਰਾਗ ਦੇ ਵਿੱਚ ਲੈ ਕੇ ਚੱਲ ਜਾਣਾ, ਮੈਂ ਉਹਨੂੰ 5-7 ਮਿੰਟ ਦੇ ਵਿੱਚ ਭਾਵੇਂ ਪੂਰਾ ਕੀਤਾ, ਪਰ ਮੈਂ ਸ਼ਬਦ ਪੂਰਾ ਕੀਤਾ, ਵਿੱਚੋਂ ਨਹੀਂ ਰੋਕਿਆ। ਤੋ 1-2 ਵਾਰੀ ਹੋਰ ਇੱਦਾਂ ਹੀ ਰਾਗ ਦੇ ਸੰਬੰਧੀ ਹੋਈ, ਤਾਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ। ਇੰਨਾ ਕੁਝ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਭਾਵੇਂ ਕੁਝ ਨਹੀਂ ਹੋਇਆ ਖਾਸ, ਬਟ ਮੈਂ ਫਿਰ ਵੀ ਇਸ ਆਪਣੇ ਰਾਗੀ ਸਭਾ ਪਰਿਵਾਰ ਦੇ ਵਿੱਚ ਆਪਣਾ ਸਹਿਯੋਗ ਦੇ ਰਿਹਾ। ਭਾਵੇਂ ਇਸ ਵੀਡੀਓ ਨੂੰ ਭਾਈ ਓਂਕਾਰ ਸਿੰਘ ਜੀ ਕੋਲੇ ਰਵੇ ਤੇ ਭਾਵੇਂ ਇਸਟੈਬਲਿਸ਼ ਹੋ ਜੇ, ਭਾਵੇਂ YouTube ਤੇ ਚੜ੍ਹ ਜੇ, ਭਾਵੇਂ ਇਹਨੂੰ ਮੀਡੀਆ ਦੇ ਵਿੱਚ ਦੇ ਦਿੱਤਾ ਜਾਵੇ, ਭਾਵੇਂ ਕੱਲ੍ਹ ਨੂੰ ਹੀ, ਭਾਵੇਂ ਇਸ ਮੇਰੀ ਸਪੀਚ ਨੂੰ ਸੁਣ ਕੇ ਮੇਰੀ ਡਿਊਟੀ ਤੇ ਖਤਰਾ ਆ ਜੇ, ਭਾਵੇਂ ਮੈਨੂੰ ਡਿਊਟੀ ਮਿਲੇ ਨਾ ਮਿਲੇ, ਪਰ ਮੈਨੂੰ ਇੰਨੀ ਬੜੀ ਖੁਸ਼ੀ ਆ ਕਿ ਮੈਂ ਆਪਣੇ ਰਾਗੀ ਸਭਾ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਆ। ਸੋ ਮੈਂ ਸਾਰੇ ਹੀ ਵੀਰਾਂ ਨੂੰ ਕਹਿਣਾ, ਮੈਂ ਆਪਣੇ ਸਾਰੇ ਹੀ ਰਾਗੀ ਸਿੰਘਾਂ ਵੀਰਾਂ ਨੂੰ ਕਹਿਣਾ ਕਿ ਉਹ ਪੂਰਨ ਤੌਰ ਤੇ ਆਪਣਾ ਸਹਿਯੋਗ ਰਾਗੀ ਸਭਾ ਨੂੰ ਦੇਣ। ਇੰਨੀਆਂ ਕੁ ਗੱਲਾਂ ਕਹਿੰਦਾ ਹੋਇਆ ਸ਼ਮਾ ਦਾ ਜੱਜ ਕਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਲ ਸਿੰਘ ਜੀ ਆਪ ਜੀ ਨੂੰ ਮੁਖਾਤਬ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਰੇ ਹੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਗੁਰੂ ਕੇ ਕੀਰਤਨੀਏ, ਜਿਨ੍ਹਾਂ ਨੇ ਕਿ ਆਪਣੇ ਆਪਣੇ ਸਾਰੇ ਹੀ ਵਿਚਾਰ ਰੱਖੇ ਨੇ। ਪਰ ਜਦੋਂ ਭਾਈ ਓਂਕਾਰ ਸਿੰਘ ਜੀ ਨੇ ਪ੍ਰਧਾਨ ਬਣੇ ਸੀ ਨਾ, ਤੇ ਪਹਿਲੇ ਦਿਨ ਜਿਹੜੀ ਮੀਟਿੰਗ ਹੋਈ ਸੀ, ਜਦੋਂ ਬਣੇ ਸੀ ਜਾਂ ਉਸ ਤੋਂ ਸੇਵਾ ਸਿੰਘਾਲ ਮੀਟਿੰਗ ਕੀਤੀ ਗਈ ਸੀ, ਤੇ ਜਿੰਨਾ ਅੱਜ ਅਸੀਂ ਸਾਰੇ ਪਹੁੰਚਿਆ ਇੰਨਾ ਇਕੱਠ ਉਸ ਦਿਨ ਸੀ। ਉਸ ਤੋਂ ਬਾਅਦ ਵਿੱਚ ਇੰਨੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਪਰ WhatsApp ਤੇ ਜ਼ਰੂਰ ਅਸੀਂ ਮੈਸੇਜ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਹਾਂ। ਸੁਨਾਮ ਵੀ 2-2 3-3 ਵਾਰ ਦਿੱਤਾ ਗਿਆ, ਪਰ ਕੋਈ ਮੀਟਿੰਗ ਦੇ ਵਿੱਚ ਨਹੀਂ ਆਇਆ। ਪਰ ਅੱਜ ਇੰਨੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਹੀ ਗੁਰੂ ਕੇ ਕੀਰਤਨੀਏ ਜਿਹੜੇ ਨੇ ਉਹ ਅੱਜ ਪੁੱਜੇ ਨੇ। ਜੇ ਅੱਜ ਪੁੱਜੇ ਨੇ ਨਾ, ਤੇ ਜਦੋਂ ਕਿਸੇ ਦੇ ਨਾਲ ਵੀ ਗੱਲ ਕਰੀਦੀ ਸੀ ਨਾ ਪ੍ਰਕਰਮਾਂ ਦੇ ਵਿੱਚ, ਸੇਵਾਦਾਰ ਦੇ ਨਾਲ ਜਾਂ ਪਾਰਟੀ ਸਿੰਘ ਦੇ ਨਾਲ,
ਤੋ ਉਹ ਇਹ ਅੱਗੋਂ ਗੱਲ ਕਹਿ ਦਿੰਦਾ ਸੀ ਤੁਹਾਡੇ ਰਾਗੀ ਸਿੰਘਾਂ ਦੇ ਵਿੱਚ ਏਕਾ ਨਹੀਂ ਤੇ ਦਮ ਹੀ ਨਹੀਂ ਹੈਗਾ। ਜਿੰਨੀ ਗੁਰੂ ਰਾਮਦਾਸ ਜੀ ਦੀ ਤੁਹਾਡੇ ਤੇ ਕਿਰਪਾ ਹੈ ਨਾ, ਜਿੰਨਾ ਗੁਰੂ ਰਾਮਦਾਸ ਜੀ ਨੇ ਤੁਹਾਨੂੰ ਮਾਣ ਬਖਸ਼ਿਆ ਹੈ, ਪਰ ਉਹਨੂੰ ਤੁਸੀਂ ਆਪਸੀ ਏਕਤਾ ਦੇ ਵਿੱਚ ਉਹਨੂੰ ਲੈ ਕੇ ਨਹੀਂ ਆ ਰਹੇ। ਜਿਸ ਦਿਨ ਉਹ ਏਕਤਾ ਆ ਗਈ ਤੇ ਜਿੱਦਾਂ ਗੁਰੂ ਰਾਮਦਾਸ ਦੇ ਦਰ ਦੇ ਕੀਰਤਨੀਆਂ ਨੂੰ ਜਦੋਂ ਪਲੇਨ ਤੋਂ ਉਤਰਦੇ ਨੇ ਤਾਂ ਹਾਰ ਗਲਾਂ ਦੇ ਵਿੱਚ ਪਾਏ ਜਾਂਦੇ ਨੇ, ਜੇ ਕਿਸੇ ਦੇ ਘਰ ਜਾਂਦੇ ਆ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ, ਜੇ ਕਿਸੇ ਟ੍ਰੇਨ ਦੇ ਵਿੱਚੋਂ ਉਤਰਦੇ ਆ ਤਾਂ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ। ਤੇ ਗੁਰੂ ਰਾਮਦਾਸ ਦੇ ਦਰ ਤੇ ਬਹਿ ਕੇ ਜੋ ਸਾਡੇ ਨਾਲ ਗੱਲਾਂ ਹੋਈਆਂ ਨੇ ਉਹ ਅੱਜ ਸਾਰਿਆਂ ਨੂੰ ਤਕਰੀਬਨ ਜਾਣਕਾਰੀ ਦੇ ਵਿੱਚ ਪਤਾ ਲੱਗਾ ਹੈ, ਕਿਉਂਕਿ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਉਹਨਾਂ ਨੇ ਕਿਹਾ ਕਿ ਇੱਦਾਂ ਕਿਹਾ ਗਿਆ, ਉਹਨੂੰ ਉੱਦਾਂ ਕਿਹਾ ਗਿਆ, ਪਰ ਜੋ ਅਸਲੀਅਤ ਤੇ ਸੱਚ ਕਰਕੇ ਜਾਣਿਓ, ਜਦੋਂ ਤੁਸੀਂ ਇਹ ਗੱਲਾਂ ਸਾਰੀਆਂ ਸੁਣ ਰਹੇ ਸੀ ਨਾ ਤੇ ਸਾਰਿਆਂ ਦਾ ਇੱਕ ਹਿਰਦਾ ਕਿੱਦਾਂ ਦਾ ਹੋਵੇਗਾ ਤੁਸੀਂ ਉਹ ਆਪ ਹੀ ਜਾਣਦੇ ਹੋ। ਫਿਰ ਦੂਸਰੇ ਨੰਬਰ ਤੇ ਗੱਲ, ਜੇ ਕੋਈ ਰਾਗੀ ਸਿੰਘ ਕਹਿ ਦਵੇ ਕਿ ਭਾਈ ਸੀ ਨਾ, ਉਹ ਉਹਨਾਂ ਦਾ ਕੋਈ ਪਰਿਵਾਰਕ ਮਸਲਾ ਨਹੀਂ ਸੀ। ਜਿਸ ਦਿਨ ਭਾਈ ਓਂਕਾਰ ਸਿੰਘ ਹੋਣਾ ਦੀ ਬਦਲੀ ਦਮਦਮਾ ਸਾਹਿਬ ਕੀਤੀ ਗਈ ਸੀ, ਉੱਪਰ ਕੋਈ ਪਰਿਵਾਰਕ ਮਸਲਾ ਨਹੀਂ ਸੀ। ਜਿਸ ਦਿਨ ਸਤਨਾਮ ਸਿੰਘ ਕੁਹਾੜਕੇ ਹੋਣਾ ਦੀ ਬਦਲੀ ਆਨੰਦਪੁਰ ਸਾਹਿਬ ਕੀਤੀ ਗਈ ਸੀ, ਕੋਈ ਪਰਿਵਾਰਕ ਮਸਲਾ ਨਹੀਂ ਸੀ। ਇਹੀ ਮਸਲਾ ਸੀ ਕਿ ਇਹ ਜਿਹੜੇ 2-4 ਬੰਦੇ ਅੱਗੇ ਬੋਲ ਰਹੇ ਨੇ ਨਾ, ਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੁੱਪ ਕਰਵਾਇਆ ਜਾਵੇ। ਤੇ ਜਦੋਂ ਅਸੀਂ ਮੀਟਿੰਗ ਦੇ ਵਿੱਚ ਇਕੱਤਰ ਨਹੀਂ ਨਾ ਹੁੰਦੇ ਤੇ ਫਿਰ ਸਾਡਾ ਵੀ ਇੱਕ ਦੂਜੇ ਦੇ ਵੱਲ ਧਿਆਨ ਚਲਿਆ ਜਾਂਦਾ ਕਿ ਕਿਸੇ ਨੇ ਵਿੱਚੋਂ ਕੁਝ ਨਾ ਕੁਝ ਕਿਹਾ ਹੋਵੇਗਾ। ਜਿਸ ਤਰ੍ਹਾਂ ਅਸੀਂ ਅੱਜ ਇਕੱਤਰ ਹੋਏ ਆ ਨਾ, ਚਾਹੇ 1 ਮਹੀਨੇ ਬਾਅਦ, ਚਾਹੇ 1.5 ਮਹੀਨੇ ਬਾਅਦ, ਚਾਹੇ 2 ਮਹੀਨੇ ਬਾਅਦ, ਜਦੋਂ ਇਸ ਤਰ੍ਹਾਂ ਇਕੱਤਰ ਹੋਵਾਂਗੇ ਨਾ, ਤੇ ਜਿੰਨੀਆਂ ਦਫ਼ਤਰ ਦੀਆਂ ਮੁਸ਼ਕਲਾਂ ਸਾਨੂੰ ਆਉਂਦੀਆਂ ਨੇ ਤੇ ਜਿੰਨਾ ਕੁ ਸਾਡਾ ਸਤਿਕਾਰ ਦਫ਼ਤਰ ਕਰਦਾ ਹੈ, ਉਹਦੇ ਵਿੱਚ ਆਪਣੇ ਆਪ ਹੀ ਫਰਕ ਪੈਣਾ ਹੋ ਜਾਵੇਗਾ। ਦਫ਼ਤਰ ਜਦੋਂ ਕੋਈ ਗੱਲ ਕਰਦਾ ਹੈ ਨੇ ਕਰੋੜਾਂ ਰੁਪਈਏ ਦੇ ਘਪਲੇ ਨਿਕਲਦੇ ਨੇ, ਉਹਨਾਂ ਦੀ ਕੋਈ ਜਾਣਕਾਰੀ ਨਹੀਂ, ਤੇ ਅਸੀਂ 2100 ਰੁਪਈਏ ਦੀ ਰਸੀਦ ਕਟਾਉਣੀ ਹੋਵੇ ਤੇ 7 ਵਾਰੀ ਸਾਡਾ ਰਜਿਸਟਰ ਚੈੱਕ ਹੁੰਦਾ ਹੈ। ਜੇ ਉਸ ਤੋਂ ਵੀ ਅਸੀਂ 1 ਮਹੀਨੇ ਜਾਂ 15 ਜਾਂ 20 ਦਿਨ ਪੈਸੇ ਲੇਟ ਹੋ ਜਾਂਦੇ ਆ, ਤੇ ਭਾਈ ਜਗਤਾਰ ਸਿੰਘ ਉਹਨਾਂ ਨੂੰ 11,000 ਰੁਪਏ ਦੀ ਰਸੀਦ ਕਟਵਾਉਣੀ ਪਈ ਸੀ। ਜਿਸ ਤਰ੍ਹਾਂ ਹੁਣ ਲੱਖਾਂ ਰੁਪਈਆਂ ਦੇ ਘਪਲੇ ਹੋ ਰਹੇ ਨੇ, ਤੇ ਜਿਸ ਦਿਨ ਭਾਈ ਮਨਿੰਦਰ ਸਿੰਘ ਉਹਨਾਂ ਦੀ ਰਸੀਦ ਮੇਰਾ ਖਿਆਲ 2 ਲੱਖ ਦੀ ਸੀ, ਤੇ ਅਜੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਕੋਈ ਬਦਨਾਮੀ ਨਹੀਂ ਸੀ। ਅਸੀਂ ਭੇਟਾ ਮੰਗਦੇ ਹਾਂ ਤਾਂ ਸਾਡੇ ਤੇ ਉਂਗਲ ਹੈ, ਜੇ ਕਿਤੋਂ 5100 ਰੁਪਏ ਲੈਣ ਤਾਂ ਅਸੀਂ ਗੁਨੇਗਾਰ ਹਾਂ। ਇਹ ਕੁਰਸੀਆਂ ਤੇ ਬੈਠ ਕੇ ਜੋ ਮਰਜ਼ੀ ਕਰੇ ਜਾਣ, ਇਹਨਾਂ ਦਾ ਕੋਈ ਨਹੀਂ। ਪਰ ਉਹ ਕਿਸ ਦਿਨ ਸਾਡੀ ਸੁਣਵਾਈ ਹੋਣੀ ਹੈ, ਜਾਂ ਸਾਨੂੰ ਸਿੰਘ ਸਾਹਿਬ ਆਣ ਕੇ ਜਦੋਂ ਮਰਜ਼ੀ ਗੁਰੂ ਦੀ ਹਜ਼ੂਰੀ ਤੋਂ ਕਹਿ ਦਿੰਦੇ ਨੇ ਆ ਨਹੀਂ ਆ ਪੜੋ, ਐਦਾਂ ਨਹੀਂ ਐਦਾਂ ਕਰੋ। ਜਿੰਨੇ ਵੀ ਰਾਗੀ ਸਿੰਘ ਨੇ ਨਾ, ਕਿਸੇ ਸਿੰਘ ਸਾਹਿਬਾਨ ਦੀ ਡਿਊਟੀ ਦਾ ਪਤਾ ਨਹੀਂ ਹੋਵੇਗਾ, ਪਰ ਹੈੱਡ ਗ੍ਰੰਥੀ ਸਾਹਿਬ ਜੀ ਦੀ ਡਿਊਟੀ ਦਾ ਸਾਰਿਆਂ ਨੂੰ ਪਤਾ ਹੋਵੇਗਾ ਕਿਹੜੇ ਟਾਈਮ ਬੈਠਦੇ ਨੇ। ਕਿਉਂ? ਇਹ ਇਸੇ ਲਈ ਕਿਉਂਕਿ ਸਾਡੇ ਮਨ ਦੇ ਵਿੱਚ ਖਤਰਾ ਬਣ ਚੁੱਕਾ ਹੈ। ਅੱਗੇ ਰਾਗੀ ਸਿੰਘ ਹੁਣ ਸਾਰਾ ਦਿਨ ਆਪਣੇ ਘਰ ਬੈਠਾ ਰਹਿੰਦਾ ਹੈ, ਪਰ ਉਹਦੇ ਮਨ ਦੇ ਵਿੱਚ ਇਹ ਵੀ ਭਾਵਨਾ ਹੁੰਦੀ ਹੈ ਕਿ ਮੈਂ ਗੁਰੂ ਦੇ ਰਾਮਦਾਸ ਦੇ ਦਰ ਤੇ ਜਾ ਕੇ 1 ਘੰਟਾ ਕੀਰਤਨ ਕਰ ਲਵਾਂ, ਪਰ ਉਹ ਕਿਉਂ ਨਹੀਂ ਕਰਦਾ ਉਹ ਤੁਹਾਨੂੰ ਪਤਾ ਹੈ। ਉਹਦੀ ਕੀ ਮਜਬੂਰੀ ਹੈ ਵੀ ਪਤਾ ਨਹੀਂ ਸਿੰਘ ਸਾਹਿਬ ਦੀ ਡਿਊਟੀ ਹੋਵੇ ਕਿਉਂ ਆਪਣੀ ਕੁੱਤੇ ਖਾਣੀ ਕਰਾਉਣੀ ਹੈ। ਕਿਉਂਕਿ ਜਿੰਨਾ ਚਿਰ ਸਾਡਾ ਇਕੱਤਰਤਾ ਨਹੀਂ ਨਾ, ਹੁਣ ਭਾਈ ਸਾਹਿਬ ਕਹਿ ਰਹੇ ਜਿਨ੍ਹਾਂ ਨੂੰ ਆਪਾਂ ਧੱਕੇ ਦੇ ਨਾਲ ਨਹੀਂ ਬੁਲਾਉਣਾ, ਪਰ ਜੇ ਅਸੀਂ ਆਏ ਹਾਂ ਚਾਹੇ ਮੈਕ ਤੇ ਆ ਕੇ ਫਤਿਹ ਹੀ ਬੁਲਾ ਕੇ ਚਲੇ ਜਾਈਏ, ਸਾਡੀ ਇਹ ਵੱਡੀ ਪ੍ਰਾਪਤੀ ਹੈ। ਜੇ ਸਾਡੇ ਮਨ ਦੇ ਵਿੱਚ ਇੱਥੇ ਬੈਠਿਆਂ ਵੀ ਇਹ ਹੈ ਕਿ ਵੀਡੀਓ ਕੋਈ ਦੇਖ ਲਏਗਾ ਕੱਲ ਨੂੰ ਸਾਡੀ ਪੈ ਜਾਵੇਗੀ, ਤੇ ਇਹ ਨਾ ਸੋਚਿਓ ਜੇ ਮਹਾਨ ਗੁਰੂ ਕੇ ਕੀਰਤਨੀਆਂ ਦੇ ਨਾਲ ਇਦਾਂ ਹੋ ਸਕਦਾ ਹੈ ਨਾ, ਅਸੀਂ ਕਿਸੇ ਵਿੱਚੋਂ ਵੀ ਨਹੀਂ। ਤੇ ਗੁਰੂ ਕੀ ਸੰਗਤ, ਗੁਰੂ ਕੇ ਕੀਰਤਨੀਓ, ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ, ਜਿੱਥੋਂ ਵੀ ਆਪਾਂ ਗੱਲ ਕਰਦੇ ਹਾਂ ਉਹ ਸਾਨੂੰ ਅੱਗੋਂ ਇਹੀ ਕਹਿੰਦੇ ਨੇ ਤੁਹਾਡਾ ਏਕਾ ਨਹੀਂ, ਤੁਹਾਡੀ ਇਕੱਤਰਤਾ ਨਹੀਂ। ਤੇ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ, ਜਿਸ ਤਰ੍ਹਾਂ ਅੱਜ ਪੁੱਜੇ ਆ ਨਾ, ਇਸ ਤਰ੍ਹਾਂ ਹਰ ਰੋਜ਼ ਜਦੋਂ ਵੀ ਆਵਾਂਗੇ ਤੇ ਸਾਡਾ ਕੋਈ ਨਾ ਕੋਈ ਮਸਲਾ ਹੱਲ ਹੋ ਜਾਵੇਗਾ। ਫਿਰ ਸਾਨੂੰ ਸਿੰਘ ਸਾਹਿਬਾਨ ਜਾਂ ਦਫ਼ਤਰ ਵੱਲੋਂ ਕੋਈ ਵੀ ਸਾਡੇ ਤੇ ਕਾਰਵਾਈ ਜਿਹੜੀ ਉਹ ਸੋਚ ਸਮਝ ਕੇ ਕੀਤੀ ਜਾਵੇਗੀ। ਸਾਡੇ ਕੋਲ ਜੇ ਕੋਈ ਗਲਤੀ ਹੋਈ ਤਾਂ ਉਹਦਾ ਸੋਚ ਸਮਝ ਕੇ ਫੈਸਲਾ ਲਿਆ ਜਾਵੇਗਾ। ਇਹ ਨਹੀਂ ਕਿ ਹੁਕਮ ਸੁਣਾ ਕੇ ਦੇ ਬਾਅਦ 'ਚ ਦੱਸਿਆ ਜਾਵੇ, ਕਿਸੇ ਨੂੰ ਸਸਪੈਂਡ ਕਰ ਦਿੱਤਾ ਜਾਵੇ, ਕਿਸੇ ਨੂੰ ਜੁਰਮਾਨਾ ਸੁਣਾ ਦਿੱਤਾ ਜਾਵੇ। ਇੱਕ ਭਾਈ ਕੁਲਦੀਪ ਸਿੰਘ ਜੀ ਹੁਣੀ ਭਾਈ ਸਾਹਿਬ ਬੈਠੇ ਨੇ, ਦੇਖੋ ਜਿਹੜਾ ਬੰਦਾ ਮੁਲਾਜ਼ਮ ਨਹੀਂ ਉਹ ਉੱਥੇ ਕੰਜਰਖਾਨਾ ਕਰ ਰਿਹਾ ਹੈ। ਇੱਕ ਬੰਦੇ ਨੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਸਵੇਰੇ ਅੰਮ੍ਰਿਤ ਵੇਲੇ 3 ਪਹਿਰੇ ਦੀ ਹਾਜ਼ਰੀ ਭਰਨੀ ਹੈ, ਉਹਨੂੰ ਉਤੋਂ ਬੁਰਾ ਭਲਾ ਬੋਲਿਆ ਜਾਂਦਾ ਹੈ। ਸਾਡਾ ਦਫ਼ਤਰ ਹੀ ਉਹਦੇ ਕੋਲ ਸਪਸ਼ਟੀਕਰਨ ਮੰਗ ਰਿਹਾ, ਜਿੱਦਣ ਭਾਈ ਸਾਹਿਬ ਨੂੰ ਨਾਲ ਜਾ ਕੇ ਆਏ ਨੇ।
ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਸ ਤਰ੍ਹਾਂ ਅੱਜ ਅਸੀਂ ਆਏ ਹਾਂ ਨਾ, ਅੱਜ ਸਾਡਾ ਏਕਾ ਹੈ, ਤੇ ਫਿਰ ਸਾਨੂੰ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ। ਗੁਰੂ ਰਾਮਦਾਸ ਮਹਾਰਾਜ ਹਾਜ਼ਰ ਨਾਜ਼ਰ ਨੇ, ਤੇ ਹੱਥ ਜੋੜ ਕੇ ਬੇਨਤੀ ਹੈ। ਉਹ ਕਹਿ ਰਹੇ ਸੀ ਕਿ ਕਿਸੇ ਨੂੰ ਜ਼ਬਰਦਸਤੀ ਨਹੀਂ ਬੁਲਾਉਣਾ। ਭਾਈ ਓਂਕਾਰ ਸਿੰਘ ਉਹਨਾਂ ਕਿਉਂ ਕਹੀ ਇਹ ਗੱਲ, ਇਹ ਸਾਨੂੰ ਸਾਰਿਆਂ ਨੂੰ ਸੋਚ ਲੈਣੀ ਚਾਹੀਦੀ ਹੈ। ਤੇ ਜਿੰਨੇ ਵੀ ਆਉਣਾ, ਚਾਹੇ 2 ਮਿੰਟ ਦੇ ਲਈ, ਚਾਹੇ 1 ਮਿੰਟ ਦੇ ਲਈ ਫਤਿਹ ਬੁਲਾ ਕਰਕੇ, ਤੇ ਅਸੀਂ ਸਭਾ ਦੇ ਨਾਲ ਜੋ ਵੀ ਸਭਾ ਦਾ ਹੁਕਮ ਹੈ, ਪ੍ਰਧਾਨ ਸਾਹਿਬ ਦਾ ਹੁਕਮ ਹੈ, ਸਤਿਕਾਰਯੋਗ ਕੀਰਤਨੀਆਂ ਦਾ ਹੁਕਮ ਹੈ, ਉਹ ਸਾਡੇ ਸਿਰ ਮੱਥੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਬੇਨਤੀ ਕਰਦਾ ਭਾਈ ਸਤਨਾਮ ਸਿੰਘ ਜੀ ਘੋੜਕਾ, ਉਹ ਆਪ ਜੀ ਦੇ ਮੁਖਾਤਬ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅੱਜ ਦੀ ਇਕੱਤਰਤਾ ਬੜੀ ਖੁਸ਼ੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਹੈਡ ਗ੍ਰੰਥੀ ਪੀੜਤ ਰਾਗੀ ਹੈ ਨਾ, ਇਹ ਸਾਰੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਪੀੜਤ ਨੇ, ਤਾਂ ਹੀ ਆਪਣੇ ਆਪਣੇ ਇਹਨਾਂ ਨੇ ਹਿਰਦਿਆਂ ਨੂੰ ਫਰੋ ਲਿਆ। ਬਾਕੀ ਸਾਡੀ ਮਨਸਾ ਤੇ ਬੜੇ ਚਿਰਾਂ ਤੋਂ ਵੀ ਅਸੀਂ ਤੁਹਾਡੇ ਚਰਨਾਂ ਦੀ ਧੂੜ ਬਣੀਏ ਤੇ ਕੋਈ ਸੇਵਾ ਕਰੀਏ। ਮੇਰੇ ਵੀਰ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ, ਜਿਨ੍ਹਾਂ ਨੂੰ ਤੁਸਾਂ ਨੇ ਬੜੇ ਪਿਆਰ ਦੇ ਨਾਲ ਇਹ ਸੇਵਾ ਦਿੱਤੀ ਹੈ, ਤੇ ਉਸ ਰਾਤ ਨਹੀਂ ਮੈਂ ਨਾ ਵੀ 24 ਘੰਟੇ ਉਹ ਤਤਪਰ ਰਹਿੰਦੇ ਮੈਂ ਗੁਰੂ ਦੇ ਕੀਰਤਨ ਦੀ ਸੇਵਾ ਕਰਾਂ, ਪਰ ਸਾਡਾ ਸਾਥ ਪੂਰਾ ਨਾ ਹੋਣ ਕਰਕੇ ਕਿਤੇ ਨਾ ਕਿਤੇ ਉਹ ਢਿੱਲੇ ਪੈ ਜਾਂਦੇ ਨੇ। ਫਿਰ ਆਖੀਦਾ ਕੋਈ ਗੱਲ ਨਹੀਂ ਯਾਰ, ਤੂੰ ਚਿੰਤਾ ਨਾ ਕਰ, ਅਸੀਂ ਤੇਰੇ ਨਾਲ ਖੜੇ। ਕਿਉਂ ਕਹਿਣੀ ਪੈਂਦੀ ਕਿ ਤੁਸੀਂ ਸਾਰੇ ਸਾਡੇ ਨਾਲ ਤੁਰਦੇ ਨਹੀਂ ਹੋ। ਅੱਜ ਜੇ ਇੰਨਾ ਮਤਲਬ ਸਾਡੀ ਦੁਰਦਸ਼ਾ ਹੋ ਰਹੀ ਹੈ ਵੀ ਸਿੰਘ ਸਾਹਿਬ, ਮੈਂ ਤਾਂ ਕੁਝ ਜਾਣਦਾ ਹੀ ਨਹੀਂ ਰਾਗ ਬਾਰੇ, ਪਰ ਜਿਨ੍ਹਾਂ ਨੂੰ ਸੁਣਿਆ ਹੈ ਨਾ, ਉਹਨਾਂ ਦੀ ਇੱਕ ਆਵਾਜ਼ ਹੀ ਕੰਨ ਜਦੋਂ ਪੈ ਜਾਂਦੀ ਹੈ ਨਾ, ਤਾਂ ਫਿਰ ਅੱਗੇ ਡਿੱਗ ਪੈਂਦਾ ਵੀ ਅਸੀਂ ਕੁਛ ਵੀ ਨਹੀਂ ਹੈਗੇ। ਕਿਉਂਕਿ ਇਹੋ ਜਿਹੇ ਕੀਰਤਨੀਏ ਸਾਨੂੰ ਦੁਬਾਰਾ ਨਹੀਂ ਮਿਲਣੇ, ਜਿਨ੍ਹਾਂ ਨੇ ਇੰਨੇ ਪਿਆਰ ਨਾਲ ਕੀਰਤਨ ਕੀਤਾ ਹੈ। ਭਾਈ ਕੁਲਦੀਪ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਜਾਂ ਹੋਰ ਬੜੇ ਸੁਰੀਲੇ ਕੀਰਤਨੀਏ ਸਾਰੇ ਬੈਠੇ ਨੇ, ਤੇ ਅਸੀਂ ਦੋਵਾਂ ਭਰਾਵਾਂ ਨੇ ਕੀਰਤਨ ਕੀਤਾ ਹੈ, ਤੇ ਸਾਡਾ ਕੀਰਤਨ ਝਟਕਾ। ਇੱਕ ਵਾਰ ਅਸੀਂ ਢਾਡੀ ਸਿੰਘ ਸਾਡੇ ਤੋਂ ਪਹਿਲਾਂ ਲੱਗੇ ਤੇ ਬੜੀ ਉੱਚੀ ਉੱਚੀ ਗਾਉਣ ਦੇ, ਤੇ ਅਸੀਂ ਨਵਾਂ ਨਵਾਂ ਕੀਰਤਨ ਕਰਨ ਲੱਗੇ ਹਾਂ। ਅਸੀਂ ਤੀਜੇ ਕਾਲੇ ਤੋਂ ਭਾਈ ਹਰਜਿੰਦਰ ਸਿੰਘ ਦੀ ਟੂਣ ਪੜ੍ਹਨੀ ਸ਼ੁਰੂ ਕਰਤੀ, ਮੇਰੇ ਰਾਮ ਰਾਏ ਤੂੰ ਸੰਤਾਂ ਕਸਮ, ਤੇ ਡੇਲੇ ਸਾਡੇ ਬਾਹਰ ਆ ਗਏ। ਪਰ ਚਾਹੋ ਸੀ ਪੂਰਾ ਵੀ ਚਾਹ ਨਾਲ ਕੀਰਤਨ ਕਰਦੇ, ਇਹ ਨਹੀਂ ਹੈਗਾ ਦਰਬਾਰ ਸਾਹਿਬ ਕੀਰਤਨ ਜਾ ਕੇ ਕਰਨਾ। ਉਦੋਂ ਪਤਾ ਹੀ ਨਹੀਂ ਵੀ ਦਰਬਾਰ ਸਾਹਿਬ ਸਾਡੇ ਕਰਮਾਂ 'ਚ ਹੈਗਾ, ਪਰ ਅਸੀਂ ਉਸ ਚਾਹ ਨਾਲ ਹੀ ਗਾਉਂਦੇ, ਕਿਉਂਕਿ ਸਾਨੂੰ ਚਾਹ ਸੀ ਇਹੋ ਜਿਹੇ ਕੀਰਤਨੀਆਂ ਨੂੰ ਸੁਣਨ ਦਾ। ਅੱਜ ਕੀ ਆ, ਜਦੋਂ ਆਪਾਂ ਐਡਮਿਸ਼ਨ ਲਈਏ ਨਾ ਕਾਲਜ ਵਿੱਚ, ਉਦੋਂ ਉੱਥੇ ਐਡਮਿਸ਼ਨ ਨਹੀਂ ਮਿਲਦੀ, ਜਗ੍ਹਾ ਖਾਲੀ ਨਹੀਂ ਸੀ ਮਿਲਦੀ। ਤੇ ਅੱਜ ਜਾ ਕੇ ਵੇਖ ਲਓ ਮਿਸ਼ਨਰੀ ਕਾਲਜਾਂ 'ਚ ਕੋਈ ਜਾਣ ਨਹੀਂ ਛੱਡਿਆ, ਕਹਿੰਦੇ ਸਹੀ ਨਹੀਂ ਕੀਰਤਨ ਸਿੱਖਣਾ, ਕਿਉਂਕਿ ਕੀਰਤਨ ਦੀ ਦੁਰਦਸ਼ਾ ਬੜੀ ਮਾੜੀ ਹੋ ਰਹੀ ਹੈ। ਹੁਣ ਕਿਤੇ ਕਹਿ ਕੇ ਵੇਖੋ ਨਾ ਮੈਂ ਐਡਮਿਸ਼ਨ ਲੈਣੀ, ਕਹਿੰਦੇ ਆ ਜਾਓ ਜਲਦੀ ਆ ਜਾਓ। ਵਜ਼ੀਫਾ ਵੀ ਜ਼ਿਆਦਾ ਦੇ ਰਹੇ ਨੇ, ਕਿਉਂ ਦੇ ਰਹੇ ਨੇ ਕਿ ਕੀਰਤਨੀ ਤਾਂ ਨਹੀਂ ਬਣਦੇ ਕਿ ਸਾਡੀ ਦੁਰਦਸ਼ਾ ਰੋਜ਼ ਹੀ ਮਾੜੀ ਹੁੰਦੀ ਜਾਂਦੀ ਹੈ। ਸਿੰਘ ਸਾਹਿਬ ਦਾ ਆਪ ਦਾ ਜਵਾਈ, ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਦਾ, ਮੈਨੂੰ ਕੋਈ ਡਰ ਨਹੀਂ ਹੈਗਾ। ਦੱਸੋ ਕੀ ਕੀਰਤਨੀਆਂ ਸਾਰੇ ਸਤਿਕਾਰਯੋਗ ਨੇ, ਗੁਰੂ ਰਾਮਦਾਸ ਦੇ ਕੀਤੇ, ਭਾਈ ਮਨਿੰਦਰ ਸਿੰਘ ਨੇ ਕੀਤਾ, ਜਿੰਨੇ ਘੱਟ ਵੀ ਕੀਤਾ ਉਹ ਵੀ ਗੁਰੂ ਰਾਮਦਾਸ ਦਾ ਪ੍ਰਬੰਧ। ਪਰ ਗੱਲ ਕਰਦੇ ਜੇ ਕਿਤੇ ਡਿਸਪਲਿਨ ਦੀ ਗੱਲ ਆਉਂਦੀ ਆ, ਫਿਰ ਭਾਈ ਸਾਹਿਬ ਸਿੰਘ ਸਾਹਿਬ ਉੱਥੇ ਕਿਉਂ ਨਹੀਂ ਬੋਲਦੇ? ਦੂਜਿਆਂ ਨੂੰ ਤਾਂ ਕਹਿੰਦੇ ਆਹ ਰਾਗ ਨਹੀਂ ਤੈਨੂੰ ਆਉਂਦਾ, ਦੂਜਿਆਂ ਨੂੰ ਕਹਿੰਦੇ ਤੈਨੂੰ ਆਹ ਰਾਗ ਨਹੀਂ ਆਉਂਦਾ, ਤੇ ਉਦੋਂ ਕੀ ਹੋ ਜਾਂਦਾ? ਇਸ ਕਰਕੇ ਬੇਨਤੀ ਆ ਵੀ ਸਾਰੇ ਕੀਰਤਨੀਏ ਸਤਿਕਾਰਯੋਗ ਆ, ਪਰ ਕੋਈ ਲਾਲਾਂ ਲੱਥਾਓ ਦਾ ਆਪਣਾ ਜਵਾਈ ਨਹੀਂ ਹੈਗਾ। ਇਸ ਕਰਕੇ ਜੇ ਤੁਹਾਡੀ ਇਕੱਤਰਤਾ ਹੈ, ਤੇ ਮੈਂ ਇਹ ਨਹੀਂ ਕਹਿੰਦਾ ਵੀ ਜੋਰਾ ਸਿੰਘ ਮਾੜਾ ਹੈ, ਉਹ ਵੀ ਬਹੁਤ ਵਧੀਆ, ਜੇ ਗੁਰੂ ਰਾਮਦਾਸ ਦੇ ਦਰ 'ਤੇ ਕੀਰਤਨ ਕਰਦਾ ਤੇ ਬਹੁਤ ਵਧੀਆ। ਪਰ ਇਹ ਸੋਚਿਆ ਜਾਵੇ ਕਿ ਦੂਜੇ ਕੀਰਤਨੀ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਹੀ ਸਮਰਪਿਤ ਕੀਤਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਮਰਪਿਤ ਕੀਤਾ ਹੈ, ਕਿ ਉਹਨਾਂ ਨੂੰ ਕਿਉਂ ਤੁਸੀਂ ਇਹਨਾਂ ਨੋਕਾ ਟੋਕੀ ਕਰਦੇ ਪਏ ਹੋ? ਤੇ ਅੱਜ ਤੁਹਾਡੀ ਇਕੱਤਰਤਾ ਨੇ ਸਾਨੂੰ ਵਿਖਾਇਆ ਕਿ ਅਸੀਂ ਅੱਗੇ ਸ਼ਾਇਦ ਗੁਰੂ ਰਾਮਦਾਸ ਸਾਡੇ 'ਤੇ ਕਿਰਪਾ ਕਰਨ, ਅਸੀਂ ਅੱਗੇ ਜਾਵਾਂਗੇ, ਹੋਰ ਜਿਹੜੇ ਸਾਡੇ ਮਸਲੇ ਹੋਰ ਵੀ ਨੇ ਉਹ ਵੀ ਸਿੱਧ ਹੋਣਗੇ। ਪਰ ਸਿੰਘ ਸਾਹਿਬ ਨੂੰ ਕਿਸੇ ਤਰ੍ਹਾਂ ਇਸ ਪਦਵੀ ਤੋਂ ਪਾਸੇ ਕੀਤਾ ਜਾਵੇ, ਉੱਥੇ ਕੋਈ ਯੋਗ ਪਦਵੀ ਵਾਲਾ ਸਤਿਕਾਰਯੋਗ, ਜਿਹਨੂੰ ਅਸੀਂ ਵਾਕਿਆ ਹੈ ਬਾਬਾ ਬੁੱਢਾ ਸਾਹਿਬ ਮੰਨੀ, ਉਹਨੂੰ ਬਿਠਾਇਆ ਜਾਵੇ।
ਮੈਂ ਤੇ ਇਹੀ ਬੇਨਤੀ ਕਰਾਂਗਾ, ਜਦੋਂ ਸਾਡੀ ਜਨਤਕ ਵੀ ਕਰਨੀ ਤੇ ਕਰ ਦਿਓ, ਆਪਾਂ ਨੂੰ ਕੋਈ ਡਰ ਨਹੀਂ ਹੈਗਾ ਐਡਾ। ਗੁਰੂ ਰਾਮਦਾਸ ਜੀ ਨੇ ਪ੍ਰਸ਼ਾਦਾ ਦੇਣਾ, ਉਹ ਦੇ ਹੀ ਦੇਣਾ। ਇਸ ਕਰਕੇ ਉੱਥੇ ਕੋਈ ਯੋਗ ਪਦਵੀ ਵਾਲਾ ਜਿਹਨੂੰ ਗੁਰੂ ਕੀ ਬਾਣੀ ਨਾਲ ਪਿਆਰ ਵੀ ਹੋਵੇ ਆਪ, ਤੇ ਉੱਥੇ ਤੇ ਗੂੰਗਿਆਂ ਨੂੰ ਆਵਾਜ਼ ਮਿਲਦੀ ਹੈ। ਤੇ ਸਿੰਘ ਸਾਹਿਬ ਕਈ ਸਾਲਾਂ ਤੋਂ ਸੋਦਰ ਨਹੀਂ ਪੜ੍ਹ ਲਏ। ਜਿੱਥੇ ਗੂੰਗਾ ਆਣ ਕੇ ਬੋਲ ਸਕਦਾ ਏ ਕਿ ਸਿੰਘ ਸਾਹਿਬ ਨੂੰ ਆਵਾਜ਼ ਨਹੀਂ ਮਿਲ ਸਕਦੀ ਉੱਥੋਂ? ਉਹਨਾਂ ਨੂੰ ਕੱਖ ਨਹੀਂ, ਆਪਦੇ ਤੇ ਆਪ ਨੇੜੇ ਕਿਰਵਾਨ ਸਿਰ ਰੀਮਾ ਕਰਦੇ। ਫਿਰ ਆਪਣੇ ਅੰਦਰ ਤੇ ਦੇਖ ਲਾ ਵੀ ਮੇਰੇ ਇੱਕ ਵਾਰ ਟੌਂਸਲ ਹੋ ਗਏ ਗਲੇ ਵਿੱਚ। ਮੈਂ ਆਪਣੀ ਗੱਲ ਦੱਸਦਾ, ਡਾਕਟਰ ਨੇ ਕਿਹਾ ਆਪਰੇਸ਼ਨ ਤੋਂ ਬਿਨਾਂ ਤੇਰਾ ਕੋਈ ਹੱਲ ਨਹੀਂ ਹੈ। ਮੈਂ ਮਹਾਰਾਜ ਦੇ ਚਰਨਾਂ ਜਾ ਕੇ ਪਰਚੀ ਪਾਤੀ। ਮੈਂ ਕਿਹਾ ਜੇ ਆਪਰੇਸ਼ਨ ਹੋਇਆ ਤਾਂ ਫਿਰ ਆਪਰੇਸ਼ਨ ਹੀ ਕਰਾ ਲੈਂਦੇ। ਤੇ ਮਹਾਰਾਜ ਜੀ ਕਹਿੰਦੇ ਨਹੀਂ ਕਰਾਉਣਾ। ਲਓ ਉਹੀ ਗਲਾ ਅੱਜ ਤੁਹਾਡੇ ਸਾਹਮਣੇ ਬੋਲ ਰਿਹਾ। ਇਸ ਕਰਕੇ ਵੀਰੋ ਉੱਥੇ ਤੇ ਗੂੰਗਿਆਂ ਨੂੰ ਆਵਾਜ਼ ਵੀ ਮਿਲਦੀ ਹੈ। ਅਸੀਂ ਤੇ ਸਿੰਘ ਸਾਹਿਬ ਬਾਰੇ ਅਰਦਾਸ ਵੀ ਕਰਦੇ, ਮਾਰੇ ਕਿਰਪਾ ਕਰੋ ਇਹਨਾਂ ਨੂੰ ਆਵਾਜ਼ ਦੇ, ਪਰ ਨਹੀਂ ਮਾਰਨ ਨੂੰ ਪ੍ਰਵਾਨ ਨਹੀਂ ਹੈਗਾ। ਇਸ ਕਰਕੇ ਜਾਂ ਤੇ ਸਿੰਘ ਸਾਹਿਬ ਨੇ ਆਪਣੀ ਬੁੱਧੀ ਨੂੰ ਥੋੜ੍ਹਾ ਜਿਹਾ ਸੋਚਣ ਵੀ ਮੇਰੇ ਤੇ ਕਿਉਂ ਨਹੀਂ ਕਿਰਪਾ ਹੋ ਰਹੀ। ਇੱਕ ਤਬਲੇ ਵਾਲਾ ਕੀਰਤਨ ਜੇ ਵਧੀਆ ਕਰ ਰਿਹਾ ਤੇ ਸਿੰਘ ਸਾਹਿਬ ਵੀ ਸੋਦਰ ਪੜ੍ਹ ਸਕਦੇ ਹਨ। ਇਸ ਕਰਕੇ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕਰਾਂਗੇ, ਜਾਂ ਤੇ ਕੀਰਤਨੀਆਂ ਨਾਲ ਇੱਦਾਂ ਦਾ ਵਿਹਾਰ ਕਰਨਾ ਛੱਡ ਦਿਓ ਤੇ ਜਾਂ ਪਾਸੇ ਹੋ ਜਾਓ। ਉੱਥੇ ਕੋਈ ਯੋਗ ਜਿਹੜਾ ਕੋਈ ਸਿੰਘ ਸਾਹਿਬ ਨੂੰ ਬਿਠਾਇਆ ਜਾਵੇ ਤੇ ਸਾਡੀ ਮੁਸ਼ਕਲਾਂ ਨੂੰ ਸੁਣਿਆ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ। ਮੇਰੇ ਵੀਰ ਓਂਕਾਰ ਸਿੰਘ ਦਾ ਸਾਥ ਤੁਸੀਂ ਆਪਾਂ ਸਾਰਿਆਂ ਨੇ ਵੱਧ ਚੜ੍ਹ ਕੇ ਦੇਣਾ। ਜਿੱਥੋਂ ਤੱਕ ਵੀ ਇਹ ਸੇਵਾ ਕਰ ਸਕੇ ਅਸੀਂ ਦੇ ਨਾਲ ਤੁਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੁਣ ਬਹੁਤ ਸਾਰਾ ਸਮਾਂ ਹੋਣ ਦੇ ਕਾਰਨ ਅਸੀਂ ਸਮਾਪਤੀ ਵਾਲੇ ਪਾਸੇ ਵਧ ਰਹੇ ਹਾਂ, ਪਰ ਅਸੀਂ ਕਿਸੇ ਵੀ ਸਿੰਘ ਕੋਲੋਂ ਇਹ ਨਹੀਂ ਸੁਣਨਾ ਚਾਹੁੰਦੇ ਕਿ ਮੈਨੂੰ ਆਖਿਆ ਨਹੀਂ ਗਿਆ। ਤੋ ਇੱਕ ਵਾਰੀ ਸਿਰਫ ਇਹ ਅਨਾਉਂਸ ਕੀਤਾ ਜਾਂਦਾ ਹੈ ਕਿ ਕਿਸੇ ਨੇ ਬਿਲਕੁਲ ਕੋਈ ਗੱਲ ਕਰਨੀ ਹੈ ਤੇ ਉਹ ਆ ਕੇ ਕਰ ਸਕਦਾ, ਨਹੀਂ ਤੇ ਆਪਾਂ ਭਾਈ ਓਂਕਾਰ ਸਿੰਘ ਜੀ ਨੂੰ ਬੇਨਤੀ ਕਰੀਏ ਕਿ ਉਹ ਬੋਲਣ। ਤੇ ਭਾਈ ਸਤਿੰਦਰਵੀਰ ਸਿੰਘ ਵਾਸਤੇ ਆਵਾਜ਼ ਆਈ ਹੈ ਤੇ ਉਹ 2 ਮਿੰਟ ਲਈ ਮੰਚ ਤੇ ਆਉਣ। ਤੇ ਉਹਨਾਂ ਤੋਂ ਬਾਅਦ ਭਾਈ ਓਂਕਾਰ ਸਿੰਘ ਜੀ ਬੋਲਣਗੇ। ਉਹਨਾਂ ਤੋਂ ਬਾਅਦ ਭਾਈ ਓਂਕਾਰ ਸਿੰਘ ਜੀ ਬੋਲਣਗੇ ਤੇ ਫਿਰ ਆਪਣੀ ਅੱਜ ਦੀ ਜਿਹੜੀ ਮੀਟਿੰਗ ਹੈ ਉਹਨੂੰ ਸਮਾਪਤ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे गुरु के अनमोल हीरे सत्कारत कीर्तनीय, क्योंकि सारे गुरु के कीर्तनीय जिन्होंने गुण करके इस दर कर दी सेवा मिली है, हों ढाडी बेकार कार्य लाया। सो भावें किसी नाल कोई घटना वापरी है, भावें नहीं वापरी, पर ये जे होरना कीर्तनियां नाल वापरी है, समझो साडा एक परिवार है, साडी अपने नाल ही वापरी है घटना। सो कदी भावना हुंदी सी, भावें जिन्ने मर्जी समागम हुंदे सी भी कीर्तन की हाज़री दरबार साहब भरनी है, भावें थकावट भी हुंदी सी, पर हुण ये हुंदा भी एवें जान के टेंशन कदों मुल लैनी आ, डरदे रहीदा भी चलो जदों किते अपनी कीर्तन की हाज़री होए उदों ही हाज़री भरीए। वैसे संकोच ही करीदा। कदी मन की भावना हुंदी सी भी वध तो वध उस स्थान ते सेवा की जाए। सो इस गल की खुशी भी है कि समुचे रागी सभा एकत्र हुए हैं। सो इतनी सेवा प्रवान करनी। वाहिगुरू जी का खालसा, वाहिगुरू जी की फतेह। गुरु प्यारी साध संगत, गुरु के रागी सिंह, मैनू एक गल याद आ गई, मैं तां करके उठ के आ गया भी मुड़ के चेता भुल जाना मैनू। मैं बस इन्नी कहनी है भी आप हुण अज इत्थे इकट्ठे होए हैं, अज आप एक प्रण लैके जाइए, एक मन दे विच ये प्रण करिए भी कल तो असीं दरबार साहब सारे संगत नूं पता लग जाए भी ये की हो गया कीर्तन सिंघां नूं, ये तो पुरातनशाली वाला कीर्तन करना शुरू कर दिता इन्होंने। असी अपनी मर्जी ना कीर्तन करिए, सानू को टोकदा है ना, चली जाओ अपनी को मौज ना कीर्तन करो। असी 80 जथे हाँ, 80 की एबसेंट लग जूगी तो कोई नहीं, फिर कौन कीर्तन करेगा। 50 की लग जू, 60 की लग जू, कोई गल नहीं, पर कीर्तन अपनी मर्जी ना कल तो करो। ਜਿਹੜੇ ਰਾਗਾਂ ਨੂੰ ਅਸੀਂ ਨਹੀਂ ਛੇੜਦੇ ਉਹਨਾਂ ਨੂੰ ਛੇੜੋ, ठीक है, ਤਾਂ ਹੀ ਫਾਇਦਾ ਨਾ ਸਾਨੂੰ। ਇਹ ਤਾਂ ਸ਼ੁਰੂਆਤ ਤਾਂ ਹੀ ਹੋਣੀ ਆ। ਸੋ ਮੈਨੂੰ ਬੈਠੇ ਬੈਠੇ ਨੂੰ ਗੱਲ ਯਾਦ ਆ ਗਈ, ਇਸ ਕਰਕੇ ਆਪਾਂ ਇਹ ਜਿਹੜੇ ਰਾਗਾਂ ਨੂੰ ਕਦੀ ਨਹੀਂ ਛੇੜਿਆ ਉਹਨਾਂ ਨੂੰ ਛੇੜੀਏ। ਜਿੱਦਾਂ ਪਹਿਲਾਂ ਕੀਰਤਨ ਕਰਦੇ ਸੀ
ਉਹਨਾਂ ਦੇ ਨਾਲ ਕੀਰਤਨ ਉਸ ਤਰ੍ਹਾਂ ਕੀਰਤਨ ਕਰੀਏ। ਕੋਈ ਨਹੀਂ ਰਜਿਸਟਰ ਉੱਥੇ ਪਿਆ ਰਹਿਣ ਤੋਂ ਰਜਿਸਟਰ ਦੀ ਕੋਈ ਗੱਲ ਨਹੀਂ ਆ। ਉਹ ਵੇਖੋ ਭਾਈ ਸਾਹਿਬ ਉਹਨਾਂ ਨੇ ਕਿਹਾ ਪਤਾ ਨਹੀਂ ਕਦੋਂ ਦੀ ਤਨਖਾਹ ਪੈਂਡਿੰਗ ਆ, ਕੋਈ ਗੱਲ ਨਹੀਂ, ਗੁਰੂ ਕਿਰਪਾ ਕਰੇ। ਉਹ ਆਪਾਂ ਸਾਰਿਆਂ ਰਲ ਕੇ ਲੈ ਹੀ ਲੈਣੀ, ਛੱਡਣੀ ਅਸੀਂ ਵੀ ਨਹੀਂ ਹੈਗੀ। ਸੋ ਇਸ ਕਰਕੇ ਵਾਹਿਗੁਰੂ ਖਾਲਸਾ ਜੀ ਫਤਿਹ। ਆਓ ਮੇਰਾ ਵੀਰ ਮੇਰੇ ਭਾਈ ਨਵਪ੍ਰੀਤ ਸਿੰਘ, ਨਵਨੀਤ ਸਿੰਘ 2 ਮਿੰਟ ਸਿਰਫ ਲਾਉਣਗੇ, ਉਸ ਤੋਂ ਬਾਅਦ ਭਾਈ ਓਂਕਾਰ ਸਿੰਘ ਜੀ ਨੇ ਬੋਲਣਾ। ਇਸ ਕਰਕੇ ਮੈਂ ਮਾਫੀ ਚਾਹੁੰਦਾ ਕਿ ਆਪਾਂ ਲੰਬਾ ਹੋ ਰਿਹਾ ਹੁਣ ਸਮਾਂ, ਤੇ ਅੱਗੇ ਤੋਂ ਆਪਾਂ ਜਦੋਂ ਕੋਈ ਮੀਟਿੰਗ ਰੱਖਿਆ ਕਰਾਂਗੇ ਸਭ ਦਾ ਟਾਈਮ ਦੇ ਕੇ, ਔਰ ਪਹਿਲਾਂ ਦੱਸਣਾ ਹੈਗਾ ਕਿ ਮੈਂ ਕੁਝ ਬੋਲਣਾ ਤਾਂ ਉਹਦਾ ਟਾਈਮ ਬਣਾ ਕੇ ਉਹਨੂੰ ਬਿਲਕੁਲ ਉਸ ਟਾਈਮ ਤੇ ਲਾ ਕੇ ਤੇ ਬਿਲਕੁਲ ਸਮਾਪਤੀ ਪੂਰੇ ਟਾਈਮ ਤੇ ਹੋਇਆ ਕਰੇਗੀ। ਕੁਝ ਐਸਾ ਵਿਧੀ ਵਿਧਾਨ ਬਣਾਇਆ ਜਾਏਗਾ। ਆਓ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸਤਿਕਾਰਯੋਗ ਵੀਰ ਮੇਰੇ ਸਾਹਮਣੇ ਬੈਠੇ ਨੇ। ਮੈਂ ਨਾ 5 ਮਹੀਨੇ ਪਹਿਲਾਂ ਸ਼ਹੀਦਾਂ ਸਾਹਿਬ ਤੋਂ ਬਦਲ ਕੇ ਜਦੋਂ ਦਰਬਾਰ ਸਾਹਿਬ ਹਾਜ਼ਰ ਹੋਇਆ ਨਾ, ਤੇ ਮੈਂ ਸਲਿੱਪ ਲੈ ਕੇ ਤੇ ਇੰਚਾਰਜ ਸਾਹਿਬ ਕੋ ਹਾਜ਼ਰ ਹੋਇਆ, ਤੇ ਮੈਨੂੰ ਇੰਚਾਰਜ ਸਾਹਿਬ ਕਹਿੰਦੇ ਵੀ ਹੈਡ ਗ੍ਰੰਥੀ ਸਾਹਿਬ ਅੰਦਰ ਬੈਠੇ ਨੇ ਤੇ ਉੱਠਣ ਵਾਲੇ ਆ, ਤੇ ਤੂੰ ਐਂ ਕਰ ਇਜਾਜ਼ਤ ਲੈ ਲੈ। ਤੇ ਮੈਂ ਵੀ ਆਖਿਆ, ਮੈਂ ਕਿਹਾ ਲੈ ਅੱਜ ਤੇ ਮਿਲ ਜਾਣੀ ਆਉਂਦੇ ਆ। ਤੇ ਮੈਂ ਅਸੀਂ ਬਾਹਰ ਨਿਕਲੇ ਦਫ਼ਤਰੋਂ, ਤੇ ਸਿੰਘ ਸਾਹਿਬ ਉੱਠ ਕੇ ਆ ਰਹੇ, ਤੇ ਮੈਂ ਫਤਿਹ ਬੁਲਾਈ। ਅਜੇ ਨਾਲ ਮੇਰੇ ਸਾਈਡ ਵਾਲਾ ਸਿੰਘ ਸਾਹਿਬ ਦਾ ਰਿਸ਼ਤੇਦਾਰ ਆ ਖਾਸ, ਇਹ ਮੇਰੇ ਤੇ ਦਾਗ ਲੱਗਦਾ ਵੀ ਹੈ ਕਈ ਵਾਰੀ। ਕਹਿੰਦੇ ਤੈਨੂੰ ਡਿਊਟੀ ਉਹਦੇ ਕਰਕੇ ਮਿਲੀ ਹੈ, ਸ਼ਾਇਦ ਗੁਰੂ ਰਾਮਦਾਸ ਮਹਾਰਾਜ ਜਾਣਦੇ ਨੇ, ਇਹ ਗੁਰੂ ਰਾਮਦਾਸ ਮਹਾਰਾਜ ਨੇ ਆਪੇ ਕਿਰਪਾ ਕੀਤੀ ਜਿਹੜੀ ਡਿਊਟੀ ਮਿਲੀ। ਮੈਂ ਜਾ ਕੇ ਸਿੰਘ ਸਾਹਿਬ ਨੂੰ ਫਤਿਹ ਬੁਲਾਈ। ਮੈਂ ਕਿਹਾ ਸਿੰਘ ਸਾਹਿਬ ਜੀ ਅਸੀਂ ਨਾ ਸ਼ਹੀਦਾਂ ਸਾਹਿਬ ਤੋਂ ਬਦਲ ਕੇ ਇੱਥੇ ਆ ਗਏ। ਕਹਿੰਦੇ ਤੈਨੂੰ ਕੌਣ ਲੈ ਕੇ ਆਇਆ? ਮੈਂ ਕਿਹਾ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਅਸੀਂ ਆ ਗਏ। ਕਹਿੰਦੇ ਜਿੱਥੇ ਬਾਕੀ ਰੋਲਣ ਦੇ ਤੂੰ ਵੀ ਰੋਲੀ ਜਾ। ਵੀ ਰਾਗੀ ਸਿੰਘ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਰੋਲਣ ਦੇ ਆ ਉਹਨਾਂ ਦੇ ਲਫ਼ਜ਼ਾਂ ਅਨੁਸਾਰ। ਮੈਂ ਕਿਹਾ ਜੀ ਜੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਰੁਲਣਾ ਮਨਜ਼ੂਰ ਹੈ ਤੇ ਮੈਂ ਰੁਲੂੰਗਾ, ਪਰ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਅਸੀਂ ਡਿਊਟੀਆਂ ਕਰ ਰਹੇ ਹਾਂ। ਪਰ ਉੱਥੇ ਜਦੋਂ ਸਾਰੇ ਵੀਰਾਂ ਕੋਲੋਂ ਤੁਸੀਂ ਸੁਣਿਆ ਹੀ ਆ ਨਾ ਵੀ ਪਹਿਲੋਂ ਬਾਹਰੋਂ ਹੀ ਪੁੱਛਣ ਲੱਗ ਪਏ ਤਾਂ ਅੰਦਰ ਸਿੰਘ ਸਾਹਿਬ ਤੇ ਨਹੀਂ ਬੈਠੇ ਵੀ ਸਾਡਾ ਕੀਰਤਨ ਜਿਹੜੀ ਤਿਆਰੀ ਹੈ ਨਾ ਉਹ ਅੱਧੀ ਕੁ ਰਹਿ ਜਾਂਦੀ ਹੈ ਉਹਨਾਂ ਦੇ ਸਾਹਮਣੇ, ਵੀ ਪਤਾ ਨਹੀਂ ਉਹਨਾਂ ਨੇ ਕੀ ਕਹਿ ਦੇਣਾ। ਭਾਵੇਂ ਅਸੀਂ ਬੜੇ ਵਿਦਵਾਨ ਰਾਗੀ ਸਿੰਘ ਵੀ ਨੇ ਸਾਡੇ 'ਚ, ਉਹ ਵੀ ਪਤਾ ਨਹੀਂ ਕਿਉਂ ਅਸੀਂ ਉਹਨਾਂ ਦੇ ਸਾਹਮਣੇ ਡਰ ਜਾਂਦੇ ਹਾਂ। ਜੇ ਸਾਡਾ ਕਿਤੇ ਜਿਸ ਤਰ੍ਹਾਂ ਅੱਜ ਅਸੀਂ ਇਕੱਤਰ ਹੋਏ ਆ ਨਾ, ਇਸ ਤਰ੍ਹਾਂ ਅਸੀਂ ਸਾਰੇ ਏਕਾ ਕਰ ਲਈਏ ਨਾ, ਭਾਈ ਸਾਹਿਬ ਦੇ ਨਾਲ ਇਕੱਠੇ ਹੋ ਜਾਈਏ, ਤੇ ਇਹ ਸਾਡਾ ਡਰ ਮੁੱਕ ਜੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਜਿੱਥੇ ਤੱਕ ਜਾਣਦਾ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ ਦੇ ਸਾਈਡ ਤੇ ਭਾਈ ਚਤਰ ਸਿੰਘ ਜੀ ਨਾਲ ਸੀਗੇ, ਉਹ ਸਿਰ ਤੇ ਦਮਾਲਾ ਹੁੰਦਾ ਸੀ। ਹਰਮੰਦਰ ਸਾਹਿਬ 'ਚ ਕੀਰਤਨ ਦਮਾਲੇ ਨਾਲ ਉਹਨਾਂ ਕੀਤਾ। ਤੁਸੀਂ ਬੰਨ੍ਹ ਸਕਦੇ ਹੋ ਦਮਾਲਾ, ਪਰ ਮੈਂ ਅੱਜ ਤੁਹਾਡੇ ਦਾਅਵਾ ਕਰਦਾ ਗੋਰੇ ਆ ਕੇ ਬੰਨ੍ਹ ਕੇ ਕਰ ਸਕਦੇ, ਕਿਉਂਕਿ ਉਹਨਾਂ ਕੋਲ ਡਾਲਰ ਹੈ। ਉਹ ਡਾਲਰ ਲਿਫਾਫੇ 'ਚ ਪਾ ਕੇ ਦਿੰਦੇ ਨੇ, ਜੋ ਮਰਜ਼ੀ ਕਰ ਸਕਦੇ ਨੇ। ਭਾਈ ਸਾਹਿਬ ਜੀ ਦੱਸ ਰਹੇ ਨੇ, ਭਾਈ ਸ਼ਕੀਨ ਸਿੰਘ ਜੀ, ਕਿ ਸ਼੍ਰੋਮਣੀ ਰਾਗੀ ਜਿਹਨਾਂ ਨੂੰ ਅਵਾਰਡ ਮਿਲਿਆ ਹੋਵੇ ਉਹਨਾਂ ਨੂੰ ਇਸ ਗੱਲ ਕਰਕੇ ਕੱਢੀ ਗਿਆ ਸੀ ਦਰਬਾਰ ਸਾਹਿਬ ਤੋਂ ਕਿ ਤੁਸੀਂ ਰਾਗਾਂ ਦੀਆਂ ਸ਼ਾਨਾਂ ਵਜਾਉਂਦੇ ਹੋ, ਨਾਚਿਆਂ ਵਾਲਾ ਕੰਮ ਕਰਦੇ ਹੋ। ਇਹ ਭਵਿੱਖ ਹੈ। ਹੁਣ ਗਾਂ ਜਿਹੜਾ ਬਾਨਾ ਸਾਡੇ ਨਾਲ ਅਜੇ ਹੋਰ ਇਹ ਸ਼ੁਰੂ ਹੋਇਆ ਕੰਮ। ਸੋ ਇਹ ਅੱਜ ਇਸ ਕਰਕੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3-4 ਮਹੀਨੇ ਦੀ ਹੋਣੀ ਗੱਲ ਜਾਂ ਜ਼ਿਆਦਾ ਹੋਣੀ ਆ। ਸ਼ਾਮ ਦੀ ਡਿਊਟੀ ਸੀ ਤੇ ਪਹਿਲਾਂ ਅਸੀਂ ਕਲਿਆਣ ਰਾਗ ਪੜ੍ਹ ਚੁੱਕੇ ਸੀ, ਕੀਰਤਨ ਕਰ ਰਹੇ ਸੀ, ਤੇ ਇਹ ਸਿੰਘ ਸਾਹਿਬ ਹੈਡ ਗ੍ਰੰਥੀ ਆ ਗਏ। ਕਲਿਆਣ ਰਾਗ ਪੜ੍ਹੋ, ਕਲਿਆਣ ਰਾਗ ਪੜ੍ਹੋ। ਜਗਤਾਰ ਸਿੰਘ ਜੀ ਹੈਡ ਗ੍ਰੰਥੀ, ਕਲਿਆਣ ਰਾਗ ਪੜ੍ਹੋ। ਹੁਣ ਉਹ ਚਲੋ ਇਹ ਮਹਾਰਾਜ ਦੀ ਕਿਰਪਾ ਵੀ ਡਰ ਡਰ ਤੇ ਹੈ ਨਹੀਂ ਕਿਸੇ ਦਾ ਵੀ। ਗੁਰੂ ਰਾਮਦਾਸ ਮਹਾਰਾਜ ਦਾ ਡਰ ਆ, ਡਰਨਾ ਨਹੀਂ ਕਿਸੇ ਤੋਂ, ਕਿਸੇ ਬੰਦੇ ਤੋਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ, ਗੁਰੂ ਦਾ ਅਦਬ, ਗੁਰੂ ਦਾ ਭੈ ਉਹ ਅੰਦਰ ਰੱਖਣਾ। ਸ਼ਬਦ ਪੂਰਾ ਕੀਤਾ, ਅਗਲਾ ਸ਼ਬਦ ਵੀ ਪੂਰਾ ਪੜ੍ਹਿਆ, ਤੇ ਜਦੋਂ 10 ਮਿੰਟ ਰਹਿ ਗਏ ਫਿਰ ਮੈਂ ਪ੍ਰਭੇਰਾ ਅੰਤਰਜਾਮੀ ਜਾਣ, ਉਹ ਜੋ ਸਾਨੂੰ ਸਿਖਾਇਆ ਗਿਆ ਮਿਸ਼ਨਰੀ ਕਾਲਜ, ਉਹ ਅਖੀਰ ਵਿੱਚ ਪੜ੍ਹਿਆ ਤੇ ਸਮਾਪਤੀ ਕਰਤੀ। ਉਹ ਠੀਕ ਹੋ ਗਿਆ ਕੰਮ। ਪਿੱਛੇ ਚੱਲ ਜੀ ਆਪਾਂ 3-4 ਸਾਲ ਭਾਈ ਸ਼ਕੀਨ ਸਿੰਘ ਜੀ, ਇਹ ਕਿੰਨਾ ਦਾ ਸੀ ਉਦੋਂ ਜਦੋਂ ਬੰਦ ਹੋਇਆ ਸੀ? ਰਾਜੋਆਣਾ। ਹਾਂ, ਪੂਰੀ ਸਿੱਖ ਕੌਮ ਨੂੰ
ਜਥੇਦਾਰ ਅਕਾਲ ਤਖਤ ਵੱਲੋਂ ਇਹ ਆਦੇਸ਼ ਹੋਇਆ ਸੀ ਕਿ ਸਾਰੀ ਕੌਮ ਨੇ ਕੇਸਰੀ ਦਸਤਾਰਾਂ ਸਜਾਉਣੀਆਂ ਨੇ, ਕਿਉਂਕਿ ਫਾਂਸੀ ਰੁਕਵਾਉਣੀ ਸੀ ਭਾਈ ਰਾਜੋਆਣਾ, ਬਲਵੰਤ ਸਿੰਘ ਰਾਜੋਆਣਾ। ਤੇ ਬਹੁਤ ਦਰਦ ਸੀ ਸਿੱਖ ਕੌਮ ਦੇ ਅੰਦਰ ਕਿ ਇਹ ਫਾਂਸੀ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਅਸੀਂ ਵੀ ਪੂਰੇ ਜਥੇ ਨੇ ਕੇਸਰੀ ਦਸਤਾਰਾਂ ਸਜਾਈਆਂ। ਕਿਤੇ ਪ੍ਰੋਗਰਾਮ ਤੇ ਗਏ ਸੀ ਲੁਧਿਆਣੇ, ਸ਼ਾਇਦ ਉੱਥੋਂ ਆਏ, ਤੇ ਸ਼ਾਮ ਦੀ ਸਾਡੀ ਡਿਊਟੀ ਸੀ ਟੀਵੀ ਦੀ। ਉਦੋਂ ਇਹ ਹੈੱਡ ਗ੍ਰੰਥੀ ਨਹੀਂ ਸਨ, ਤੇ ਬਾਹਰੋਂ ਆਏ, ਅਸੀਂ ਕੇਸਰੀ ਦਸਤਾਰਾਂ ਸਜਾਈਆਂ ਸੀ। ਨਹੀਂ ਬਹਿਣ ਦੇਣਾ, ਨਹੀਂ ਬਹਿਣ ਦੇਣਾ ਤੁਹਾਨੂੰ, ਸਾਨੂੰ ਡਿਊਟੀ ਤੇ ਨਹੀਂ ਬਹਿਣ ਦਿੱਤਾ ਗਾ। ਕਿਉਂ? ਕਿ ਤੁਸੀਂ ਕੇਸਰੀ ਦਸਤਾਰਾਂ ਸਜਾਈਆਂ ਨੇ ਸਾਨੂੰ। ਹਾਂਜੀ, ਸਾਰੇ ਪਾਸੇ ਬੰਦੇ। ਸਾਡਾ ਨਿਸ਼ਾਨ ਸਾਹਿਬ ਕੇਸਰੀ ਹੈ, ਸਾਡਾ ਨਿਸ਼ਾਨ ਸਾਹਿਬ ਕੇਸਰੀ ਹੈ। ਜਦੋਂ ਅਸੀਂ ਪੀਲੇ ਸਰੋਪੇ ਦਿੰਦੇ ਹਾਂ ਕੇਸਰੀ, ਕਿਸੇ ਵੀ ਗੁਰੂ ਘਰ 'ਚ ਚਲੇ ਜਾਓ, ਕੋਈ ਵੀ ਸਮਾਗਮ ਹੋਵੇ, ਉਹ ਸਰੋਪੇ ਕਿਹੜੇ ਰੰਗ ਦੇ ਹੁੰਦੇ ਨੇ? ਕੇਸਰੀ ਹੁੰਦੇ ਨੇ। ਮਨ ਵਿੱਚ ਬੜਾ ਆਇਆ, ਤੇ ਮੈਨੇਜਰ ਸਾਹਿਬ ਮੈਨੂੰ ਭੁੱਲ ਗਿਆ ਕਿਹੜੇ ਸੀ, ਉਹਨਾਂ ਨੂੰ ਫੋਨ ਕੀਤਾ ਮੈਂ। ਇਨਫੋਰਮੇਸ਼ਨ ਦਫ਼ਤਰ ਬਹਿ ਗਿਆ, ਭਾਈ ਕਮਲਜੀਤ ਸਿੰਘ ਬੱਲੀ ਸਾਹਿਬ ਸੀ, ਕਮਲਜੀਤ ਮੇਰੇ ਨਾਲ ਸੀ। ਮੈਂ ਕਿਹਾ ਵੀ ਹੁਣੇ ਫੈਸਲਾ ਕਰੋ ਵੀ ਅਸੀਂ ਫਿਰ ਹਰੀਆਂ ਪੱਗਾਂ ਬੰਨ੍ਹ ਕੇ ਆ ਜਾਈਏ, ਜੇ ਸਾਨੂੰ ਕੇਸਰੀ ਨਹੀਂ ਬੰਨ੍ਹਣ ਦੇਣੀਆਂ ਤੇ ਹਰੀਆਂ ਪੱਗਾਂ ਬੰਨ੍ਹ ਕੇ ਆ ਜਾਂਦੇ ਹਾਂ। ਫਿਰ ਪ੍ਰਧਾਨ ਸਾਹਿਬ ਨੂੰ ਫੋਨ ਲਾਇਆ, ਉਸੇ ਵੇਲੇ ਮੈਂ ਫਿਰ ਲਿਖ ਕੇ ਦਿੱਤਾ ਹੈੱਡ ਗ੍ਰੰਥੀ ਸਾਹਿਬ ਨੂੰ। ਹੈੱਡ ਗ੍ਰੰਥੀ ਉਦੋਂ ਸੀ ਭਾਈ ਸਾਹਿਬ ਆਪਣੇ ਜਸਵਿੰਦਰ ਸਿੰਘ ਜੀ। ਉਹਨਾਂ ਨੂੰ ਫਿਰ ਲਿਖ ਕੇ ਦਿੱਤਾ ਵੀ ਸਾਡੇ ਨਾਲ ਆ ਹੋਇਆ, ਸਾਨੂੰ ਕੇਸਰੀ ਦਸਤਾਨਾ ਬੰਨ੍ਹ ਕੇ ਡਿਊਟੀ ਤੇ ਬਹਿਣ ਤੋਂ ਮਨ੍ਹਾ ਕੀਤਾ ਗਿਆ। ਪਰ ਕੋਈ ਸੁਣਵਾਈ ਨਹੀਂ ਹੋਈ। ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਵੀਰ ਕਹਿ ਕੇ ਗਏ ਨਾ, ਇਹ ਥੋੜ੍ਹਾ ਜਿਹਾ ਇਹਨੂੰ ਵੀ ਸਮਝੀਏ, ਅੰਦਰੋਂ ਸਾਰਾ ਇੱਕੋ ਹੀ ਹੈ ਕੰਮ। ਤੇ ਇਸ ਕਰਕੇ ਥੋੜ੍ਹਾ ਜਿਹਾ ਸਖਤ ਹੋਣਾ ਪੈਣਾ ਤੁਹਾਨੂੰ, ਆਪਣੇ ਮਾਨ ਸਨਮਾਨ ਵਾਸਤੇ ਸਖਤ ਹੋਣਾ ਪੈਣਾ, ਇੱਕ ਹੋਣਾ ਪੈਣਾ। ਭਾਵੇਂ ਜਿਹੜਾ ਮਰਜ਼ੀ ਜੋ ਮਰਜ਼ੀ ਜ਼ੋਰ ਲਾ ਲੈ, ਪਰਵਾਹ ਨਹੀਂ ਕਰਨੀ ਕਿਸੇ ਦੀ। ਸੱਚੇ ਦਿਲੋਂ ਅੰਦਰੋਂ ਹੋ ਕੇ, ਤਕੜੇ ਹੋ ਕੇ, ਇਕੱਠੇ ਹੋ ਕੇ, ਜਿਵੇਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਬਾਰ-ਬਾਰ ਤੁਹਾਨੂੰ ਹਲੂਣਾ ਦੇ ਰਹੇ ਨੇ ਵੀ ਤਕੜੇ ਹੋ ਕੇ ਰਹਿਣਾ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਗੱਲ ਰੱਖਦਾ ਕਿ ਚਮਨ ਲਾਲ ਚਿੱਟੀ ਪੱਗ ਬੰਨ੍ਹ ਕੇ ਕੀਰਤਨ ਅੰਦਰ ਕਰਦਾ ਰਿਹਾ, ਤੇ ਗੋਲ ਪਰਨਾ, ਜਿਹਨੂੰ ਰਾਗ ਵੀ ਪੂਰਾ ਨਹੀਂ ਆਉਂਦਾ। ਡਿਊਟੀ ਭਾਈ ਮਨਜੀਤ ਸਿੰਘ ਦੀ ਕੱਟੀ ਗਈ, ਜਿਹੜੇ ਰਾਗਾਂ ਦੇ ਤਨੰਤਰ ਸਨ, ਤੇ ਲੋਗੋ ਰਾਗੀਆਂ ਤੇ ਲਾਇਆ ਜਾਂਦਾ ਹੈ ਕਿ ਰਾਗ ਦਾ ਬੇੜਾ ਗਰ ਕਰਤਾ ਰਾਗੀਆਂ ਨੇ। ਸਿਸਟਮ ਉੱਪਰੋਂ ਖਰਾਬ ਹੈ ਤੇ ਦੋਸ਼ੀ ਰਾਗੀਆਂ ਨੂੰ ਬਣਾਇਆ ਜਾਂਦਾ ਹੈ। ਉਹ ਜਿਹੜਾ ਭਾਈ ਸ਼ੌਕੀਨ ਸਿੰਘ ਦੱਸ ਰਹੇ ਨੇ, ਮੈਨੂੰ ਖੈਰ ਪੂਰਾ ਯਾਦ ਨਹੀਂ ਸੀ, ਵੀ ਜਿਹੜਾ ਚਮਨ ਲਾਲ ਅੰਦਰ ਸ਼ਬਦ ਵੀ ਭੁੱਲ ਗਿਆ ਸੀ ਤੇ ਉਹਨੂੰ ਪੋਥੀ ਦਿੱਤੀ ਗਈ ਸੀ ਅੰਦਰ। ਉਹਨੂੰ ਕੋਈ ਬਸੰਤ ਰਾਗ, ਮੈਂ ਭਾਈ ਸਾਹਿਬ ਦੱਸ ਰਹੇ ਨੇ ਜਿਹੜੇ ਮੌਕੇ ਤੇ ਗਵਾਹ ਨੇ, ਭਾਈ ਓਂਕਾਰ ਸਿੰਘ ਕਹਿੰਦੇ ਮੈਂ ਉੱਥੇ ਸੀ, ਬਸੰਤ ਦੀਆਂ ਪੌੜੀਆਂ ਪਿੱਛੋਂ ਬੋਲ ਬੋਲ ਕੇ ਇਹਨਾਂ ਨੂੰ ਕਰਾਈਆਂ ਗਈਆਂ ਸੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।